ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਚੈਨਲ ਦੇ ਉੱਤੇ ਫਿਰ ਤੋਂ ਇੱਕ ਵਾਰ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਮਾਫੀ ਹੈ ਕਿਸੇ ਟੈਕਨੀਕਲ ਇਸ਼ੂ ਦੇ ਕਰਕੇ ਜਿਹੜਾ ਆਪਣਾ ਸੰਪਰਕ ਟੁੱਟ ਗਿਆ ਸੀ। ਤੇ ਕਸ਼ਮੀਰ ਦੇ ਪ੍ਰਸਿੱਧ ਕਵੀ ਜਿਵੇਂ ਕਿ ਤੁਸੀਂ ਜਾਣਦੇ ਹੋ ਮੰਗਤ ਸਿੰਘ ਜੁਗਨੂ ਜੀ, ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ, ਪੰਜਾਬੀ ਦੇ ਨਾਲ ਜੁੜੇ ਹੋਏ ਨੇ, ਪੰਜਾਬੀ ਸਾਹਿਤ ਦੇ ਨਾਲ ਜੁੜੇ ਨੇ, ਜਿਸ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਨਾਟਕ, ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਲੇਖ ਲਿਖੇ ਨੇ। ਔਰ ਕਿਤਾਬਾਂ ਦੀ ਵੀ ਅੱਜ ਇਹਨਾਂ ਦੀਆਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਵਾਰ ਫੇਰ ਤੋਂ ਸਰਦਾਰ ਮੰਗਤ ਸਿੰਘ ਜੁਗਨੂ ਹੋਣਾ ਜੀ ਦਾ ਇੱਕ ਬਾਣੀ ਚੈਨਲ ਦੇ ਉੱਤੇ ਸਵਾਗਤ ਕਰਦੀ ਹਾਂ ਜੀ। ਵੀਰ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਬਾਣੀ ਵਾਹਿਗੁਰੂ ਜੀ ਕਾ ਚੈਨਲ ਦੇ ਉੱਤੇ। ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ, ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਜੀ ਵੀਰ ਜੀ, ਪੰਜਾਬੀ ਸਾਹਿਤ ਦੀ ਗੱਲ ਕਰੀਏ ਜਿਵੇਂ ਆਪਾਂ ਪਹਿਲਾਂ ਕਰ ਰਹੇ ਸੀ, ਤੇ ਨੈਟਵਰਕ ਇਸ਼ੂ ਕਰਕੇ ਜਿਹੜਾ ਸੰਪਰਕ ਚਲਾ ਗਿਆ ਸੀਗਾ, ਤੇ ਆਪਣਾ ਪ੍ਰਸ਼ਨ ਸਵਾਲ ਮੇਰਾ ਹੀ ਰਹੇਗਾ ਕਿ ਕਸ਼ਮੀਰ ਦੇ ਵਿੱਚ ਪੰਜਾਬੀ ਸਾਹਿਤ ਨੂੰ ਕਿਵੇਂ ਵੇਖਦੇ ਹੋ? ਵਾਦੀ ਕਸ਼ਮੀਰ ਵਿੱਚ ਰਚਿਆ ਜਾ ਰਿਹਾ ਜਿਹੜਾ ਪੰਜਾਬੀ ਸਾਹਿਤ ਹੈ, ਇਹ ਬਿਲਕੁਲ ਜਿਹੜਾ ਕੇਂਦਰੀ ਭਾਵ ਜਿਹੜਾ ਪੰਜਾਬ ਵਿੱਚ ਦੋਵਾਂ ਪੰਜਾਬਾਂ ਵਿੱਚ ਜਿਹੜਾ ਸਾਹਿਤ ਅੱਜ ਕੱਲ੍ਹ ਰਚਿਆ ਜਾ ਰਿਹਾ ਉਸਦੇ ਹਾਣ ਦਾ ਸਾਹਿਤ ਹੈ। ਇਸ ਸਾਹਿਤ ਦੀ ਉਮਰ ਤਕਰੀਬਨ 80-90 ਵਰੇ ਹੋ ਗਈ ਹੈ। ਆਜ਼ਾਦੀ ਤੋਂ ਪਹਿਲੇ ਇੱਥੇ ਵਾਦੀ ਵਿੱਚ ਜਿਹੜੇ ਵਾਦੀ ਦੇ ਪਹਿਲੀ ਪੀੜ੍ਹੀ ਦੇ ਲੇਖਕ ਸਨ, ਕਹਾਣੀਕਾਰ ਜਾਂ ਕਵੀ ਜਨ ਸਨ, ਉਹਨਾਂ ਨੇ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਤੇ ਆਪਣੇ ਕੇਂਦਰੀ ਧੁਰੇ ਨਾਲ ਜੁੜਨ ਲਈ, ਕਿਉਂਕਿ ਕੇਂਦਰੀ ਧੁਰੇ ਨਾਲ ਜੁੜਨ ਲਈ ਆਪਣੀ ਮਾਂ ਬੋਲੀ ਦਾ ਬਿਲਕੁਲ ਜਾਣ ਪਛਾਣ, ਆਪਣੀ ਮਾਂ ਬੋਲੀ ਦੀ ਜਾਣ ਪਛਾਣ ਜਿਹੜੀ ਹੋਣੀ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ। ਸੋ ਇਸ ਗੱਲ ਤੋਂ ਸਾਡੀ ਜਿਹੜੀ ਪਹਿਲੀ ਪੀੜ੍ਹੀ ਸੀ ਵਾਦੀ ਕਸ਼ਮੀਰ ਵਿੱਚ ਰਹਿ ਰਹੀ ਸੀ, ਜਿਹੜੇ ਲੇਖਕ ਸਨ ਜਾਂ ਗੁਰੂ ਘਰਾਂ ਵਿੱਚ ਸੇਵਾ ਕਰ ਰਹੇ ਸਨ, ਉਹਨਾਂ ਨੇ ਕਿਸੇ ਨਾ ਕਿਸੇ ਢੰਗ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਰਜੀਤ ਰੱਖਿਆ। ਇਸ ਲਈ ਸੇਵਾਵਾਂ ਬਿਲਕੁਲ ਹੋ ਕੀਤੀਆਂ ਤੇ ਉਹਨਾਂ ਨੇ ਕਦੇ ਵੀ ਆਪਣੀ ਸੇਵਾ ਦਾ ਮੁੱਲ ਨਹੀਂ ਮੰਗਿਆ, ਬਿਲਕੁਲ ਸੇਵਾ ਸਮਝ ਕੇ ਇਸ ਫਰਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਨੇ ਕਿ 1922 ਵਿੱਚ ਇੱਥੇ ਇੱਕ ਰੈਜ਼ੀਡੈਂਟ ਕਮਿਸ਼ਨਰ ਆਏ ਸਨ, ਸਰਦਾਰ ਜੀ, ਜਿਨ੍ਹਾਂ ਦਾ ਨਾਮ ਅਮਰੀਕ ਸਿੰਘ ਸੀ। ਇਹ ਮੈਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਹੋਇਆ ਹੈ। ਉਸ ਵਕਤ ਵਾਦੀ ਕਸ਼ਮੀਰ ਦੇ ਜਿਹੜੇ ਸਿੰਘ ਸਨ, ਬਾਰਾਮੂਲਾ ਦੇ, ਬਡਗਾਮ ਦੇ, ਤਰਾਲ ਦੇ, ਉਹ ਆ ਕੇ ਸ੍ਰੀਨਗਰ ਇਕਬਾਲ ਪਾਰਕ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ, ਉਸ ਵਕਤ ਇਹਨੂੰ ਹਜ਼ੂਰੀ ਬਾਗ ਕਿਹਾ ਜਾਂਦਾ ਸੀ, ਉਹਦੇ ਵਿੱਚ ਮਿਲੇ ਤੇ ਇਹਨਾਂ ਨੇ ਇੱਕ ਮੀਟਿੰਗ ਬੁਲਾਈ। ਉਸ ਵਕਤ ਬਿਲਕੁਲ ਇੱਕ ਦੂਸਰੇ ਨੂੰ ਸੰਦੇਸ਼ੇ ਭੇਜਣ ਦੇ ਜਿਹੜੇ ਸਾਧਨ ਸਨ ਉਹ ਬੜੇ ਘੱਟ ਸਨ। ਇਹ ਕਿਸੇ ਨਾ ਕਿਸੇ ਢੰਗ ਵਿੱਚ ਇੱਕ ਦੂਸਰੇ ਨੂੰ ਨਾਲ ਮਿਲ ਕੇ ਇਹ ਜਾ ਕੇ ਉਸ ਰੈਜ਼ੀਡੈਂਟ ਕਮਿਸ਼ਨਰ ਨੂੰ ਜਾ ਕੇ ਮਿਲੇ ਤੇ ਉਸ ਨੂੰ ਜਾ ਕੇ ਕਿਹਾ ਕਿ ਸਾਡੀ ਵਾਦੀ ਵਿੱਚ ਸਭ ਕੁਝ ਪੜ੍ਹਾਇਆ ਜਾ ਰਿਹਾ ਹੈ, ਦੀਨਿਆਤ ਪੜ੍ਹਾਈ ਜਾ ਰਹੀ ਹੈ, ਅਰਬੀ ਪੜ੍ਹਾਈ ਜਾ ਰਹੀ ਹੈ, ਫਾਰਸੀ ਪੜ੍ਹਾਈ ਜਾ ਰਹੀ ਹੈ, ਉਰਦੂ ਪੜ੍ਹਾਇਆ ਜਾ ਰਿਹਾ ਹੈ, ਸੰਸਕ੍ਰਿਤ ਪੜ੍ਹਾਈ ਜਾ ਰਹੀ ਹੈ, ਪਰ ਪੰਜਾਬੀ ਪੜ੍ਹਾਈ ਨਹੀਂ ਜਾ ਰਹੀ। ਸੋ ਅਮਰੀਕ ਸਿੰਘ ਜੀ ਨੇ ਇੱਕ ਆਰਡਰ ਪਾਸ ਕੀਤਾ। ਉਹਨਾਂ ਨੇ ਕਿਹਾ ਮੈਂ ਤੇ ਤੁਹਾਡੇ ਇੱਥੇ ਪੰਜਾਬੀ ਪੜ੍ਹਾਉਣ ਦਾ ਇੰਤਜ਼ਾਮ ਕਰ ਦਿਆਂਗਾ, ਪਰ ਪੰਜਾਬੀ ਪੜ੍ਹਾਏਗਾ ਕੌਣ? ਉਸ ਵਕਤ ਜਿਹੜਾ 5ਵੀਂ ਪਾਸ ਸੀ ਜਾਂ ਥੋੜਾ ਪੰਜਾਬੀ ਜਾਣਦਾ ਸੀ ਜਾਂ 8ਵੀਂ ਪਾਸ ਸੀ, ਉਹਨਾਂ ਨੂੰ ਗਿਆਨੀ ਕੋਟੇ ਦੇ ਅਧੀਨ ਉਹਨਾਂ ਨੇ 30-35 ਸਰਦਾਰ ਜਿਹੜੇ ਸਨ ਵਾਦੀ ਕਸ਼ਮੀਰ ਵਿੱਚ, ਜਿਹਨਾਂ ਦੇ ਮੋਢੀ ਸਨ ਮਾਸਟਰ ਮਨੀ ਸਿੰਘ ਜੀ, ਗਿਆਨੀ ਮੱਖਣ ਸਿੰਘ ਜੀ, ਈਸ਼ਰ ਸਿੰਘ ਜੀ ਬਖਸ਼, ਇਹਨਾਂ ਨੇ ਸੇਵਾਵਾਂ ਕੀਤੀਆਂ ਪਿੰਡਾਂ ਵਿੱਚ ਜਾ ਕੇ। ਇਹ 2-2 ਤੇ 4-4 6-6 ਪਿੰਡਾਂ ਵਿੱਚ ਜਾਂਦੇ ਸਨ ਪੰਜਾਬੀ ਪੜ੍ਹਾਉਣ ਵਾਸਤੇ ਤੇ ਬਿਲਕੁਲ ਸੰਗਤ ਨੂੰ, ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦੇ ਹਥੇਸ਼ਿਆਂ ਨੂੰ, ਉਹਨਾਂ ਨੂੰ ਇਹਨਾਂ ਨੇ ਬਿਲਕੁਲ ਸੁਚੇਤ ਕੀਤਾ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਮਾਂ ਬੋਲੀ ਨਾਲ ਜੁੜੀਏ, ਤਾਂ ਕਿਉਂਕਿ ਸਾਡਾ ਜਿਹੜਾ ਧਾਰਮਿਕ ਗ੍ਰੰਥ ਹੈ ਉਹ ਸਾਡੀ ਮਾਂ ਬੋਲੀ ਵਿੱਚ ਲਿਖਿਆ ਗਿਆ ਹੈ। ਉਸ ਨੂੰ ਪੜ੍ਹਨ ਲਈ, ਉਸ ਨੂੰ ਜਾਣਨ ਲਈ, ਗੁਰਮਤਿ ਸਾਹਿਤ ਨੂੰ ਜਾਣਨ ਲਈ ਪੰਜਾਬੀ ਮਾਂ ਬੋਲੀ ਦੇ ਮੂਲ ਨੂੰ ਪਛਾਣਨ ਦੀ ਜ਼ਰੂਰਤ ਹੈ। ਸੋ ਇਸ ਗੱਲ ਨੂੰ ਲੈ ਕੇ ਇਹਨਾਂ ਪਹਿਲੇ ਪੀੜ੍ਹੀ ਦੇ ਪ੍ਰਚਾਰਕਾਂ ਨੇ ਬਹੁਤ ਕੰਮ ਕੀਤਾ, ਜਿਨ੍ਹਾਂ ਵਿੱਚ ਗਿਆਨੀ ਕਰਤਾਰ ਸਿੰਘ ਕੋਂਬਲ, ਮਾਸਟਰ ਮਨੀ ਸਿੰਘ ਜੀ ਤੇ ਹੋਰ ਬੜੇ ਅਨੇਕਾਂ ਸਨ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਜਿੱਤਾਂ ਵੀ ਯਾਦ ਕੀਤਾ ਜਾਏ ਤੇ ਘੱਟ ਹੈ। ਇੰਝ ਗਤੀਵਿਧੀਆਂ ਚੱਲਦੀਆਂ ਰਹੀਆਂ ਤਕਰੀਬਨ 1947 ਤੱਕ ਕਿਸੇ ਨਾ ਕਿਸੇ ਰੂਪ ਵਿੱਚ। ਤੇ ਉਸ ਤੋਂ ਬਾਅਦ ਇੱਕ ਪੰਜਾਬੀ ਸਾਹਿਤ ਸਭਾ ਕਸ਼ਮੀਰ, ਜੰਮੂ ਕਸ਼ਮੀਰ ਪੰਜਾਬੀ ਸਾਹਿਤ ਸਭਾ ਸ੍ਰੀਨਗਰ, ਇਹ ਜਿਹੜੀ ਹੈ ਇਹ ਬਣਾਈ ਗਈ। ਇਹਦੇ ਵਿੱਚ ਜਿਤਨੇ ਵੀ ਲੋਕ ਪੰਜਾਬੀ ਜਾਣਦੇ ਸਨ, ਲਿਖਦੇ ਸਨ, ਜਾਂ ਕਾਵ ਰੂਪ ਵਿੱਚ ਜਾਂ ਗਦ ਰੂਪ ਵਿੱਚ, ਕਹਾਣੀ ਦੇ ਰੂਪ ਵਿੱਚ ਜਾਂ ਕਿਸੇ ਵੀ ਰੂਪ ਵਿੱਚ ਲਿਖਦੇ ਸਨ, ਉਹਨਾਂ ਸਾਰਿਆਂ ਨੂੰ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਸੋ 1957 ਦੇ ਵਿੱਚ ਇਹ ਬਿਲਕੁਲ ਬਾਕਾਇਦਾ ਨੈਮ ਉਪਨੈਮ ਇਹਦੇ ਬਣੇ, ਇਹਦਾ ਖਰੜਾ ਬਣਿਆ, ਇਹਦੇ ਕਨਸਟੀਟਿਊਸ਼ਨ ਬਣੇ, ਉਸ ਦੇ ਅਧੀਨ ਤੇ ਇਹਦੇ ਮੈਂਬਰ ਹੋਏ, ਦੀਆਂ ਇਲੈਕਸ਼ਨਾਂ ਹੋਈਆਂ। ਇਹਦੇ ਪਹਿਲੇ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਜੀ ਬਣੇ,
ਜਿਨ੍ਹਾਂ ਦੀ ਕਾਫੀ ਕੰਟਰੀਬਿਊਸ਼ਨ ਹੈ, ਜਿਨ੍ਹਾਂ ਦੀ ਕਾਫੀ ਦੇਣ ਹੈ, ਉਹ ਤਿੰਨਾਂ ਕਾਲਜਾਂ ਵਿੱਚ ਜਾ ਕੇ ਪੰਜਾਬੀ ਪੜ੍ਹਾਉਂਦੇ ਸਨ। ਫਿਰ ਇਹ ਜਿਹੜੀ ਪੰਜਾਬੀ ਸਾਹਿਤ ਸਭਾ ਸੀ, ਇਹ ਇੱਕ ਲੋਕ ਲਹਿਰ ਬਣ ਗਈ। ਇਸ ਲੋਕ ਲਹਿਰ ਨੇ ਕੀ ਕੀਤਾ ਕਿ ਇਹਨਾਂ ਨੇ ਜਾ ਕੇ ਸਰਕਾਰ ਦੇ ਨਾਲ ਟਾਕਰਾ ਲਿਆ ਤੇ ਸਰਕਾਰ ਨੂੰ ਜਾ ਕੇ ਕਿਹਾ ਕਿ ਸਾਡੀਆਂ ਸਕੂਲਾਂ ਵਿੱਚ, ਕਾਲਜਾਂ ਵਿੱਚ ਬਿਲਕੁਲ ਸਹੀ ਢੰਗ ਦੇ ਨਾਲ ਪੰਜਾਬੀ ਅਧਿਆਪਕਾਂ ਦਾ, ਪੰਜਾਬੀ ਪੜ੍ਹਾਉਣ ਵਾਲਿਆਂ ਦਾ ਇੰਤਜ਼ਾਮ ਕੀਤਾ ਜਾਏ, ਕਿਉਂਕਿ ਪੰਜਾਬੀ ਪੜ੍ਹਨ ਵਾਲੇ ਲੋਕ, ਪੰਜਾਬੀ ਪੜ੍ਹਨ ਵਾਲੇ ਬੱਚੇ ਜਿਹੜੇ ਸਨ, ਹੁਣ ਕਾਫੀ ਗਿਣਤੀ ਵਿੱਚ ਆ ਰਹੇ ਸਨ ਸਕੂਲਾਂ ਵਿੱਚ, ਕਾਲਜਾਂ ਵਿੱਚ। ਤੋਂ ਸੋ ਇਸ ਗੱਲ ਨੂੰ ਲੈ ਕੇ ਫਿਰ ਇੱਥੇ ਅਮਰ ਸਿੰਘ ਕਾਲਜ, SP ਕਾਲਜ, ਬਿਮਨਾ ਕਾਲਜ, ਇੰਜ ਬਾਰਾਮੂਲਾ ਕਾਲਜ, ਅਨੰਤਨਾਗ ਕਾਲਜ, ਇੱਥੇ ਪੰਜਾਬੀ ਦੀਆਂ ਪੋਸਟਾਂ ਸਨ, ਪ੍ਰੋਫੈਸਰ ਸਨ, ਤੇ ਇਹਨਾਂ ਨੇ ਪੰਜਾਬੀ ਕਿਸੇ ਨਾ ਕਿਸੇ ਰੂਪ ਵਿੱਚ ਪੜ੍ਹਾਈ ਤੇ ਪੰਜਾਬੀ ਬੱਚੇ ਪੜ੍ਹਦੇ ਰਹੇ। ਤੋਂ ਇਸ ਜਿਹੜੀ ਪੰਜਾਬੀ ਸਾਹਿਤ ਸਭਾ ਜੀ ਸੀ, ਇਹਦੀ ਸਭ ਤੋਂ ਪਹਿਲੀ ਪ੍ਰਕਾਸ਼ਨਾ ਨਿੱਕੀ ਲੋ ਆਈ, ਜਿਸ ਦੀ ਕਾਫੀ ਸਰਾਹਨਾ ਕੀਤੀ ਗਈ, ਤੇ ਉਸ ਵਿੱਚ ਕਹਾਣੀਆਂ ਵੀ, ਕਵਿਤਾਵਾਂ ਵੀ ਕਸ਼ਮੀਰ ਦੀਆਂ ਲੇਖਕਾਂ ਦੀਆਂ ਸਨ। ਤੇ ਫਿਰ ਉਹਨਾਂ ਨੂੰ ਬਾਹਰ ਭੇਜਿਆ ਗਿਆ ਉਸ ਕਿਤਾਬ ਨੂੰ, ਤੇ ਬਾਹਰ ਦੇ ਜਿਹੜੇ ਉਸ ਵਕਤ ਦੇ ਪੰਜਾਬੀ ਦੇ ਲਿਖਾਰੀ ਸਨ, ਉਹ ਚਾਹੇ ਗੁਰਮਤਿ ਸਾਹਿਤ ਦੇ ਲਿਖਾਰੀ ਸਨ ਜਾਂ ਸਮਾਜਿਕ ਸਾਹਿਤ ਦੇ ਲਿਖਾਰੀ ਸਨ, ਉਹਨਾਂ ਨੇ ਬੜੀ ਪ੍ਰਸ਼ੰਸਾ ਕੀਤੀ, ਹੱਲਾਸ਼ੇਰੀ ਦਿੱਤੀ, ਥਾਪੜਾ ਦਿੱਤੀਆਂ ਕਸ਼ਮੀਰ ਦੀਆਂ ਲੇਖਕਾਂ ਨੂੰ, ਨਹੀਂ ਜੀ ਤੁਸੀਂ ਮਤਵਾਤਰ ਇਸ ਗੱਲ ਨੂੰ, ਇਸ ਜੰਗ ਨੂੰ ਜਾਰੀ ਰੱਖੋ ਤੇ ਆਪਣੀ ਮਾਂ ਬੋਲੀ ਦੀ ਜਿਹੜੀ ਸੇਵਾ ਹੈ ਕਰਦੇ ਰਹੋ। ਇੰਜ ਫਿਰ 1982 ਵਿੱਚ ਇਸ ਪੰਜਾਬੀ ਸਾਹਿਤ ਸਭਾ ਦੀ ਸਿਲਵਰ ਜੁਬਲੀ ਮਨਾਈ ਗਈ ਤੇ 2007 ਵਿੱਚ ਇਹਦੀ ਗੋਲਡਨ ਜੁਬਲੀ ਮਨਾਈ ਗਈ। ਇਸ ਵਕਤ ਤੱਕ ਕਸ਼ਮੀਰ ਵਾਦੀ ਵਿੱਚ ਜਿਹੜੇ ਲੇਖਕਾਂ ਨੇ ਆਪਣੀਆਂ ਪ੍ਰਕਾਸ਼ਨਾਵਾਂ ਛਾਪੀਆਂ ਨੇ, ਉਹ ਕਹਾਣੀ ਹੋਵੇ ਜਾਂ ਕਵਿਤਾ ਹੋਵੇ ਜਾਂ ਨਾਵਲ ਹੋਣ ਜਾਂ ਲੇਖ ਹੋਣ, ਉਹ ਤਕਰੀਬਨ 200 ਤੋਂ ਜ਼ਿਆਦਾ ਜਿਹੜੀਆਂ ਕਿਤਾਬਾਂ ਨੇ ਉਹ ਛਪ ਚੁੱਕੀਆਂ ਨੇ, ਜਿਨ੍ਹਾਂ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ, ਪ੍ਰੋਫੈਸਰ ਸੇਵਾ ਸਿੰਘ ਜੀ ਤੇ ਸਰਨ ਸਿੰਘ ਜੀ ਬੜੇ ਮਹਾਨ ਕਹਾਣੀਕਾਰ ਹੋਏ ਨੇ, ਕੰਵਲ ਕਸ਼ਮੀਰੀ ਜੀ, ਜੀਤ ਸਿੰਘ ਜੀ ਮਸਤਾਨਾ, ਜਿਹੜੇ ਬਿਲਕੁਲ ਅੰਤਰਰਾਸ਼ਟਰੀ ਪੱਧਰ ਦੇ ਗਜ਼ਲਗੋ ਨੇ ਸਾਡੇ ਕੋਲ, ਸੁਰਿੰਦਰ ਸਿੰਘ ਜੀ ਸੀਰਤ, ਕੀਰਤ ਸਿੰਘ ਜੀ ਇਨਕਲਾਬੀ, ਡਾਕਟਰ ਜੋਗਿੰਦਰ ਸਿੰਘ ਸ਼ਾਨ ਕਸ਼ਮੀਰੀ, ਜਰਨੈਲ ਸਿੰਘ ਗੁਲਾਬ, ਠਾਕਰ ਸਿੰਘ ਜ਼ਖਮੀ ਜਿਹੜੀ ਬੜੀ ਸੋਹਣੀ ਕਵਿਤਾ ਲਿਖਦੇ ਸਨ, ਹੁਣ ਸਾਡੇ ਵਿੱਚ ਨਹੀਂ ਰਹੇ, ਅਵਤਾਰ ਸਿੰਘ ਚੰਦਨ, ਇਹਨਾਂ ਨੇ ਬੜੀ ਸੋਹਣੀ ਕਵਿਤਾਵਾਂ ਲਿਖੀਆਂ। ਸੋ ਆਸਤਾ ਜਿਹੜਾ ਇਹ ਕਾਫਲਾ ਤੁਰਦਾ ਰਿਹਾ, ਇਹ ਕਾਫਲਾ ਜਿੱਥੇ ਸਾਹਿਤ ਦੀ ਰਚਨਾ ਕਰਦਾ ਸੀ, ਉੱਥੇ ਸਾਹਿਤ ਦਾ ਪ੍ਰਚਾਰ ਵੀ ਕਰਦਾ ਸੀ, ਉੱਥੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ, ਪ੍ਰਸਾਰ ਲਈ ਵਕਤਨ ਸਮੇਂ ਜਾ ਕੇ ਇਹ ਸਰਕਾਰ ਦੇ ਨਾਲ ਟਾਕਰਾ ਵੀ ਲੈਂਦਾ ਸੀ, ਸਾਡੀ ਇਸ ਥੋੜ ਨੂੰ ਪੂਰਾ ਕੀਤਾ ਜਾਏ। ਫਿਰ ਰੇਡੀਓ ਵਿੱਚ ਪੰਜਾਬੀ ਪ੍ਰੋਗਰਾਮ ਸ਼ੁਰੂ ਹੋਏ, ਦੂਰਦਰਸ਼ਨ ਤੋਂ ਪੰਜਾਬੀ ਪ੍ਰੋਗਰਾਮ ਸ਼ੁਰੂ ਹੋਏ, ਕਲਚਰ ਅਕੈਡਮੀ ਵਿੱਚ 1961 ਵਿੱਚ ਬਜ਼ਾਬਤਾ ਤੌਰ ਤੇ ਐਲਾਨ ਕੀਤਾ ਗਿਆ ਤੇ ਪੰਜਾਬੀ ਡਿਪਾਰਟਮੈਂਟ ਸਟੈਬਲਿਸ਼ ਹੋਇਆ, ਜਿਸ ਦੇ ਐਡੀਟਰ ਅਮਰੀਕ ਸਿੰਘ ਜੀ ਰਹੇ, ਫਿਰ ਇਛੂਪਾਲ ਜੀ ਰਹੇ, ਡਾਕਟਰ ਰਵਿੰਦਰ ਸਿੰਘ ਅਮਨ ਰਹੇ, ਅੱਜ ਕੱਲ੍ਹ ਭੁਪਿੰਦਰ ਸਿੰਘ ਪਾਰਸ ਨੇ, ਜਿਨ੍ਹਾਂ ਦਾ ਉਹ ਇੱਕ ਸ਼ੀਰਾਜ਼ਾ ਨਿਕਲਦਾ ਹੈ, ਜੰਮੂ ਤੋਂ ਹੀ ਉਹਦਾ ਜਿਹੜਾ ਮੁੱਖ ਆਫਿਸ ਹੈ ਉਹ ਜੰਮੂ ਵਿੱਚ ਹੀ ਹੈ। ਸੋ ਜਿਹੜੀ ਪੰਜਾਬੀ ਸਾਹਿਤ ਸਭਾ ਨੂੰ ਲੈ ਕੇ ਮੈਂ ਗੱਲ ਕਰ ਰਿਹਾ ਸਾਂ, ਇਸ ਦਾ ਆਪਣਾ ਇੱਕ ਮੈਗਜ਼ੀਨ ਨਿਕਲਦਾ ਜਿਹਨੂੰ ਹਿਮਾਲ ਕਹਿੰਦੇ ਨੇ, ਜਿਹਦੇ ਬਿਲਕੁਲ ਬੜਾ ਉੱਚ ਪੱਧਰ ਦਾ ਸਾਹਿਤ, ਕਹਾਣੀਆਂ, ਲੇਖ, ਸਮਾਜਿਕ ਲੇਖ, ਧਾਰਮਿਕ ਲੇਖ, ਕਵਿਤਾਵਾਂ, ਤੇ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ, ਉਹ ਉਸ ਨੂੰ ਸਮਰਪਿਤ, ਉਦੋਂ ਤੋਂ ਇਹਦੀ 1969 ਤੋਂ ਇਹਦੀ ਸ਼ੁਰੂਆਤ ਹੋਈ। ਫਿਰ ਹਰ 3 ਮਹੀਨੇ ਬਾਅਦ, 2 ਮਹੀਨੇ ਬਾਅਦ ਇਸ ਦਾ ਕੋਈ ਨਾ ਕੋਈ ਅੰਗ ਜਿਹੜਾ ਹੈ ਉਹ ਜ਼ਰੂਰ ਨਿਕਲਦਾ ਹੈ। ਜਿਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ ਗਿਆ, ਜਾਂ ਇਸ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਮਨਾਈ ਗਈ, ਜਾਂ ਖਾਲਸਾ ਧਰਮ ਦੀ 3 ਸ਼ਤਾਬਦੀ ਮਨਾਈ ਗਈ। ਇਹਨਾਂ ਸ਼ਤਾਬਦੀਆਂ ਨੂੰ ਲੈ ਕੇ ਵੀ ਇਹਨਾਂ ਦੇ ਵਿੱਚ ਬਿਲਕੁਲ ਕਸ਼ਮੀਰ ਦੇ ਪਸ ਮੰਜ਼ਰ ਵਿੱਚ ਲੈ ਕੇ ਜੋ ਲਿਖਿਆ ਜਾਂਦਾ ਹੈ ਉਹ ਬਿਲਕੁਲ ਅਥੈਂਟਿਕ ਹੈ ਤੇ ਹੋਰ ਪੜ੍ਹਨਯੋਗ ਹੈ, ਜਿਸ ਨੂੰ ਪੜ੍ਹ ਕੇ ਸਾਡੇ ਯੂਨੀਵਰਸਿਟੀ ਦੇ ਵਿਦਿਆਰਥੀ ਬਹੁਤ ਕੁਝ ਸਿੱਖ ਸਕਦੇ ਨੇ। ਸੋ ਇਸ ਸਿਲਸਿਲੇ ਵਿੱਚ ਸਾਡੇ ਕਈ ਪ੍ਰਧਾਨ ਰਹੇ, ਪ੍ਰੋਫੈਸਰ ਪ੍ਰੇਮ ਸਿੰਘ ਰਹੇ, ਪ੍ਰੋਫੈਸਰ ਸੇਵਾ ਸਿੰਘ ਜੀ ਰਹੇ, ਕੰਵਲ ਕਸ਼ਮੀਰੀ ਜੀ ਰਹੇ, ਡਾਕਟਰ ਗੁਰਜਸ ਸਿੰਘ ਗੁਲਸ਼ਨ, ਜਿਨ੍ਹਾਂ ਦੀ ਕਾਫੀ ਦੇਣ ਹੈ, ਜਿਨ੍ਹਾਂ ਨੇ ਜੰਮੂ ਕਸ਼ਮੀਰ ਦਾ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਹੈ, ਤੇ ਹੋਰ ਜੰਮੂ ਕਸ਼ਮੀਰ ਦੀਆਂ ਪੰਜਾਬੀ ਲੋਕ ਵਾਰਾਂ, ਭਾਵ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਸਿੱਖ ਧਰਮ ਨੂੰ ਕੰਟਰੀਬਿਊਸ਼ਨ ਜਿਹੜੀ ਹੈ, ਦੇਣ ਹੈ, ਜੰਮੂ ਕਸ਼ਮੀਰ ਦੀ ਰਿਆਸਤ ਨੇ ਵੀ ਦਿੱਤੀ ਹੈ। ਉਹ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੇ ਕੁਝ ਸਿੱਖ ਨੇ ਜਿਹੜੇ ਰਜੌਰੀ, ਪੁੰਛ, ਕਸ਼ਮੀਰ ਜਾਂ ਕਿਤੋਂ ਹੋਰੋਂ ਗਏ ਨੇ, ਉਹਨਾਂ ਨੇ ਉਹ ਸਥਾਪਿਤ ਕੀਤਾ ਹੈ ਕਿ ਨਹੀਂ ਜੀ, ਇਹਨਾਂ ਸਿੱਖਾਂ ਦਾ ਵੀ, ਇਹਨਾਂ ਗੁਰਸਿੱਖਾਂ ਦਾ ਵੀ ਕਾਫੀ ਦੇਣ ਰਹੀ ਹੈ। ਸਿੱਖ ਧਰਮ ਦੀ ਜਿਹੜੀ ਅਜੋਕੀ ਅੱਜ ਅਸੀਂ ਰੂਪਰੇਖਾ ਵੇਖਦੇ ਹਾਂ, ਇਸ ਘੜਤ ਨੂੰ ਘਾੜਨ ਵਿੱਚ। ਸੋ ਜੰਮੂ ਕਸ਼ਮੀਰ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਅਸੀਂ ਜਦੋਂ ਵੇਖਦੇ ਹਾਂ, ਇਸ ਦਾ ਇੱਕ ਸਮੁੱਚਾ ਅਕਸ ਉੱਭਰ ਕੇ ਆਉਂਦਾ ਹੈ ਕਿ ਅੱਜ ਕੱਲ੍ਹ ਇਹ ਆਪਣੇ ਜਿਹੜੀ ਕੇਂਦਰੀ ਜਿਹੜੀ ਸਾਡੀ ਪੰਜਾਬੀ ਬੋਲੀ ਹੈ, ਜਿਹੜੀ ਦੋਵਾਂ ਪੰਜਾਬਾਂ ਵਿੱਚ ਲਿਖੀ ਜਾਂਦੀ ਹੈ, ਪਾਕਿਸਤਾਨ ਪੰਜਾਬ ਵਿੱਚ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ, ਤੇ ਹਿੰਦੁਸਤਾਨ ਵਿੱਚ ਜਿਹੜਾ ਪੰਜਾਬ ਹੈ ਇਸ ਦੇ ਵਿੱਚ ਬਿਲਕੁਲ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ।
तो मेरे कहने का भाव है जी वादी कश्मीर में जी कहानी कविता गजल ਜਾਂ ਸਮਾਜਿਕ ਤੌਰ ਤੇ ਜੋ ਕੁਝ ਵੀ ਲਿਖਿਆ ਜਾ ਰਿਹਾ ਹੈ ਜੋ ਕਿ ਸਮੇਂ ਵਿੱਚ ਅੱਜ ਦੀ ਜਿਹੜੀ ਮੁੱਖ ਧਾਰਾ ਪੰਜਾਬੀ ਹੈ ਉਹਦੇ ਹਾਣ ਦਾ ਲਿਖਿਆ ਜਾ ਰਿਹਾ ਉਸ ਤੋਂ ਘੱਟ ਜਿਹੜਾ ਹੈ ਉਹ ਲਿਖਿਆ ਨਹੀਂ ਜਾ ਰਿਹਾ ਤਾਂ ਬੜਾ ਸਿਹਤਮੰਦ ਲਿਖਿਆ ਜਾ ਰਿਹਾ ਹੈ ਤੇ ਇਸ ਵਿੱਚ ਜਿਹੜੇ ਪੰਜਾਬ ਇੱਥੇ ਕਸ਼ਮੀਰ ਦੇ ਸਥਾਨਕ ਲਿਖਾਰੀ ਨੇ ਇਹ ਵਕਤਨ ਫਕਤਨ ਕਾਨਫਰੰਸਾਂ ਕਰਦੇ ਨੇ ਕਹਾਣੀ ਦਰਬਾਰ ਕਰਦੇ ਨੇ ਕਵੀ ਦਰਬਾਰ ਕਰਦੇ ਨੇ ਬਾਹਰੋਂ ਵੀ ਕਈ ਕਵੀ ਆਉਂਦੇ ਨੇ ਸਾਡੇ ਕੋਲ ਇੱਥੇ ਬਲਰਾਜ ਸਾਹਨੀ ਆਏ ਗਿਆਨੀ ਜ਼ੈਲ ਸਿੰਘ ਜੀ ਆਏ ਜਸਵੰਤ ਸਿੰਘ ਜੀ ਕੌਵਲ ਆਏ ਪਿਆਰਾ ਸਿੰਘ ਸਰਾਹੀ ਆਏ ਇੰਜ ਵੱਡੇ ਵੱਡੇ ਜਿਹੜੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਸਾਡੀ ਸਭਾ ਵਿੱਚ ਆਏ ਨੇ ਸੋ ਸਾਡੀਆਂ ਕਈ ਮਹਿਫਲਾਂ ਦੀ ਉਹਨਾਂ ਨੇ ਸਦਾਰਤ ਕੀਤੀ ਹੈ ਜਸਵੰਤ ਸਿੰਘ ਰਾਈ ਇੱਕ ਪੰਜਾਬੀ ਦੇ ਬੜੇ ਉੱਚ ਕਵੀ ਹੋਏ ਨੇ ਡਾਕਟਰ ਭਾਈ ਵੀਰ ਸਿੰਘ ਜੀ ਉਹ ਆਏ ਨੇ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਸਾਰੇ ਪੰਜਾਬੀ ਦੇ ਜਿਹੜੇ 20 ਕਰੋੜ ਕਵੀ ਜਾਂ ਲਿਖਾਰੀ ਰਹੇ ਨੇ ਉਹਨਾਂ ਦੀ ਸੰਗਤ ਨੂੰ ਉਹਨਾਂ ਦੀ ਲਿਖਤ ਨੂੰ ਪੰਜਾਬ ਕਸ਼ਮੀਰ ਵਿੱਚ ਵਸ ਰਹੇ ਪੰਜਾਬੀਆਂ ਨੇ ਖੂਬ ਮਾਣਿਆ ਹੈ ਸਤਿਕਾਰਿਆ ਹੈ ਪੜ੍ਹਿਆ ਹੈ ਭਾਵ ਪੰਜਾਬ ਦੀ ਜਿਹੜੀ ਪੰਜਾਬੀ ਹੈ ਉਹ ਸਾਡੇ ਵਿੱਚ ਵਸੀ ਹੈ ਰਚੀ ਹੋਈ ਹੈ ਤੇ ਅਸੀਂ ਬਿਲਕੁਲ ਯਤਨਸ਼ੀਲ ਹਾਂ ਅੱਜ ਜੋ ਕਿ ਸਮੇਂ ਵਿੱਚ ਸਰਕਾਰਾਂ ਦਾ ਐਸਾ ਕੰਮਕਾਰ ਹੋ ਗਿਆ NCERT ਆਉਣ ਦੇ ਨਾਲ ਉਹਦੇ ਨਾਲ ਸਾਡੇ ਸਕੂਲਾਂ ਦੇ ਵਿੱਚੋਂ ਪੰਜਾਬੀ ਜਿਹੜੀ ਹੈ ਉਹ ਨਿਕਲ ਗਈ ਇਹ ਸਾਡੀ ਤਰਾਸਦੀ ਹੈ ਇਹ ਸਾਡਾ ਦੁੱਖ ਹੈ ਤੇ ਅਸੀਂ ਬਿਲਕੁਲ ਕਿਸੇ ਨਾ ਕਿਸੇ ਸਿਆਸੀ ਪਲੇਟਫਾਰਮਾਂ ਤੇ ਵੀ ਇਹਨੂੰ ਉਠਾਉਂਦੇ ਰਹੇ ਨੇ ਸਾਡੇ ਸਿਆਸੀ ਜਿਹੜੇ ਲੀਡਰ ਨੇ ਰਹਿਬਰ ਨੇ ਕਿਸੇ ਨਾ ਕਿਸੇ ਢੰਗ 'ਚ ਉਹਨਾਂ ਨੇ ਉਠਾਇਆ ਹੈ ਕੇਂਦਰ ਦੀ ਸਰਕਾਰ ਹੋਵੇ ਜਾਂ ਰਿਆਸਤ ਦੀ ਸਰਕਾਰ ਹੋਵੇ ਉਹਨਾਂ ਦੇ ਨਾਲ ਉਹਨਾਂ ਨੂੰ ਉਠਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਸਾਡੀ ਪੰਜਾਬੀ ਦਾ ਵੀ ਖਿਆਲ ਰੱਖਿਆ ਜਾਏ ਹੁਣ ਤੇ ਗਵਰਨਮੈਂਟ ਨੇ ਆਰਡਰ ਵੀ ਕੱਢੇ ਨੇ ਬਿਲਕੁਲ ਕਿ 10ਵੀਂ ਤੱਕ ਸਕੂਲਾਂ ਵਿੱਚ ਪੰਜਾਬੀ ਇੱਕ ਆਪਸ਼ਨਲ ਸਬਜੈਕਟ ਹੈ ਪੜ੍ਹਾਇਆ ਜਾਏ ਇਹਦੇ ਨੰਬਰ ਵੀ ਹਨ ਪਰ ਗੱਲ ਇਹ ਹੈ ਕਿ ਜਿਵੇਂ ਬੱਚੇ ਨੂੰ ਆਪਣੀ ਮਾਂ ਦੇ ਨਾਲ ਪਿਆਰ ਹੁੰਦਾ ਹੈ ਇੰਝ ਹੀ ਸਾਨੂੰ ਵੀ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਮਾਂ ਬੋਲੀ ਜਿਹੜੀ ਹੈ ਇਹ ਸਾਨੂੰ ਮਾਂ ਦੇ ਦੁੱਧ ਰਾਹੀਂ ਮਿਲਦੀ ਹੈ ਜਦੋਂ ਬੱਚਾ ਮਾਂ ਦੀ ਗੋਦ ਵਿੱਚ ਪ੍ਰਵਾਨ ਚੜ੍ਹਦਾ ਹੈ ਉਹਦੇ ਨਾਲ ਨਾਲ ਉਹਦੀ ਭਾਸ਼ਾ ਵੀ ਪ੍ਰਵਾਨ ਚੜ੍ਹਦੀ ਹੈ ਸੋ ਮਾਵਾਂ ਦਾ ਵੀ ਰੋਲ ਹੈ ਕਿ ਜੋ ਕਿ ਸਮੇਂ ਵਿੱਚ ਇਸ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਇਹਦੀ ਚੜ੍ਹਦੀ ਕਲਾ ਲਈ ਉਹ ਘਰਾਂ ਤੋਂ ਸ਼ੁਰੂ ਹੋਣ ਕਿਉਂਕਿ ਅਸੀਂ ਕਦੇ ਕਦੇ ਮੈਂ ਵੇਖਦਾ ਹਾਂ ਅਸੀਂ ਪੰਜਾਬੀ ਬੋਲਦੇ ਹਾਂ ਲਿਖਦੇ ਹਾਂ ਜਾਂ ਕਈ ਇਨਾਮ ਹੀ ਸਾਨੂੰ ਮਿਲਦੇ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਲਈ ਪਰ ਜਦੋਂ ਘਰਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਬੋਲਣ ਦੀ ਗੱਲ ਆਉਂਦੀ ਹੈ ਅਸੀਂ ਇਨਫੀਰੀਅਰਿਟੀ ਕੰਪਲੈਕਸ ਅਹਿਸਾਸੇ ਕਮਤਰੀ ਜਿਹਨੂੰ ਕਹਿੰਦੇ ਆ ਉਹ ਸਮਝਦੇ ਹਾਂ ਕਿ ਨਹੀਂ ਜੀ ਮੇਰਾ ਬੱਚਾ ਹਿੰਦੀ ਕਰੇ ਮੇਰਾ ਬੱਚਾ ਉਰਦੂ ਕਰੇ ਮੇਰਾ ਬੱਚਾ ਅੰਗਰੇਜ਼ੀ ਕਰੇ ਨਹੀਂ ਜਮ ਸਾਰੀਆਂ ਜ਼ਬਾਨਾਂ ਸਾਨੂੰ ਆਉਣੀਆਂ ਚਾਹੀਦੀਆਂ ਨੇ ਇਹ ਸਮੇਂ ਦੀ ਲੋੜ ਹੈ ਪਰ ਜਦੋਂ ਸਾਨੂੰ ਆਪਣੀ ਜ਼ਬਾਨ ਕੰਪਲੀਟ ਤੌਰ ਤੇ ਆਏਗੀ ਚੰਗੀ ਤਰ੍ਹਾਂ ਆਏਗੀ ਤਾਂ ਅਸੀਂ ਬਾਕੀ ਜਿਹੜੀਆਂ ਜ਼ਬਾਨਾਂ ਨੇ ਉਹਨਾਂ ਨੂੰ ਬਿਲਕੁਲ ਆਸਾਨੀ ਨਾਲ ਬਿਲਕੁਲ ਸਹਿਜ ਸਰਲਤਾ ਨਾਲ ਸਿੱਖ ਜਾਵਾਂਗੇ ਜਿਸ ਬੰਦੇ ਨੂੰ ਆਪਣੀ ਜ਼ਬਾਨ ਨਹੀਂ ਆਉਂਦੀ ਉਹ ਬਾਕੀਆਂ ਜ਼ਬਾਨਾਂ ਵਿੱਚ ਵੀ ਪਰਫੈਕਟ ਨਹੀਂ ਹੁੰਦਾ ਸੰਪੂਰਨ ਨਹੀਂ ਹੁੰਦਾ ਹੈ ਭਾਵ ਸਾਨੂੰ ਆਪਣੀ ਜ਼ਬਾਨ ਦੇ ਨਾਲ ਪਿਆਰ ਕਰਨਾ ਚਾਹੀਦਾ ਐਸਾ ਹੀ ਪਿਆਰ ਕਰਨਾ ਚਾਹੀਦਾ ਜਿਵੇਂ ਇੱਕ ਬੰਦੇ ਨੂੰ ਆਪਣੇ ਸਵਾਸਾਂ ਨਾਲ ਪਿਆਰ ਹੁੰਦਾ ਹੈ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਨਾਲ ਪਿਆਰ ਹੁੰਦਾ ਹੈ ਜਿਵੇਂ ਇੱਕ ਮਾਂ ਨੂੰ ਆਪਣੇ ਬੱਚੇ ਨਾਲ ਪਿਆਰ ਹੁੰਦਾ ਹੈ ਜਿਵੇਂ ਉਧਰ ਲਈ ਜੀਵਕਾ ਲਈ ਜੀਵਨ ਇਸ ਹਯਾਤ ਦੀ ਗੱਡੀ ਨੂੰ ਤੋਰਨ ਲਈ ਖਾਣਾ ਜ਼ਰੂਰੀ ਹੈ ਇੰਝ ਹੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਸਾਡੀ ਮਾਂ ਬੋਲੀ ਦਾ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਅਸਾਂ ਨੇ ਨੌਵੀਂ ਪੀੜ੍ਹੀ ਵਿੱਚ ਕਿਸ ਢੰਗ ਨਾਲ ਕਰਨਾ ਹੈ ਉਹਨਾਂ ਢੰਗਾਂ ਨੂੰ ਅਪਣਾਉਣਾ ਹੈ ਕਿਉਂਕਿ ਆਉਣ ਵਾਲੇ ਬੱਚੇ ਜਿਹੜੇ ਨੇ ਉਹ ਸਾਡੇ ਭਵਿੱਖ ਦੇ ਵਾਰਸ ਨੇ ਬੱਚੇ ਹੀ ਕਿਸੇ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ ਜੇ ਬੱਚੇ ਕਮਜ਼ੋਰ ਹੋਣ ਤਾਂ ਕੌਮਾਂ ਕਮਜ਼ੋਰ ਹੋ ਜਾਂਦੀਆਂ ਨੇ ਉਹ ਕੌਮਾਂ ਇਸ ਧਰਤੀ ਤੇ ਸਦੀਵ ਕਾਲ ਲਈ ਸਥਿਰ ਰਹਿਣੀਆਂ ਨੇ ਜਿਹੜੀਆਂ ਆਪਣੇ ਬੇਸਿਕ ਫਰਜ਼ਾਂ ਪ੍ਰਤੀ ਸੁਚੇਤ ਹੋਣ ਇਸ ਵਿੱਚ ਸਾਡੇ ਧਾਰਮਿਕ ਰਹਿਬਰਾਂ ਨੇ ਵੀ ਗੱਲ ਕਰਨੀ ਹੈ ਉਹਨਾਂ ਨੇ ਵੀ ਯੋਗਦਾਨ ਪਾਉਣਾ ਹੈ ਪ੍ਰਚਾਰਕਾਂ ਨੇ ਵੀ ਯੋਗਦਾਨ ਪਾਉਣਾ ਹੈ ਕਿਉਂ ਸਾਰੀ ਜ਼ਿੰਮੇਵਾਰੀ ਅਸੀਂ ਸਰਕਾਰ ਤੇ ਨਹੀਂ ਸੁੱਟ ਸਕਦੇ ਕਦੇ ਕਦੇ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਹੋਣੀਆਂ ਨੇ ਉਹ ਸਮੇਂ ਦੀਆਂ ਹਾਣ ਦੀਆਂ ਨਹੀਂ ਹੋਣੀਆਂ ਉਹ ਜਿਹੜੇ ਅਕਲੀਅਤ ਵਿੱਚ ਲੋਕ ਹੁੰਦੇ ਨੇ ਉਹਨਾਂ ਦੇ ਹਿੱਤਾਂ ਵਿੱਚ ਨਹੀਂ ਹੋਣੀਆਂ ਕਿਉਂਕਿ ਅੱਜ ਕੱਲ੍ਹ ਵੋਟ ਬੈਂਕ ਦਾ ਜਿਹੜਾ ਸਮਾਂ ਹੈ ਅੱਜ ਸਰਕਾਰ ਕਹਿੰਦੀ ਹੈ ਮੈਂ ਤੁਹਾਨੂੰ ਇਹ ਚੀਜ਼ ਦਿਆਂਗੀ ਤੁਸੀਂ ਮੈਨੂੰ ਵਾਪਸ ਉਸਦੇ ਮੁਕਾਬਲੇ ਵਾਪਸ ਕੀ ਦਿਓਗੇ ਇਹ ਸਰਕਾਰ ਦਾ ਮੁੱਦਾ ਹੁੰਦਾ ਹੈ ਮੇਰਾ ਵੋਟ ਬੈਂਕ ਜ਼ਿਆਦਾ ਕਿੱਥੇ ਹੈ ਉੱਥੇ ਜ਼ਿਆਦਾ ਜਾ ਕੇ ਫੋਕਸ ਕਰਾਂ ਉੱਥੇ ਜਾ ਕੇ ਜ਼ਿਆਦਾ ਸਹੂਲਤਾਂ ਦੇਵਾਂ ਸੋ ਆਪਣੇ ਆਪ ਨੂੰ ਸੁਰਜੀਤ ਰੱਖਣ ਲਈ ਆਪਣੀ ਬੋਲੀ ਨੂੰ ਸੁਰਜੀਤ ਰੱਖਣ ਲਈ ਆਪਣੇ ਸੱਭਿਆਚਾਰ ਨੂੰ ਸੁਰਜੀਤ ਰੱਖਣ ਲਈ ਸਾਨੂੰ ਆਪਣੀ ਮਾਂ ਬੋਲੀ ਨਾਲ ਆਪਣੇ ਧੁਰੇ ਨਾਲ ਜੁੜ ਕੇ ਰਹਿਣਾ ਪੈਣਾ ਹੈ
ਸਾਨੂੰ ਫਖਰ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਬੋਲਦੇ ਹਾਂ, ਕਿ ਪੰਜਾਬੀ ਜ਼ਬਾਨ ਜਿਹੜੀ ਹੈ, ਬੇਸ਼ੱਕ ਲੋਕ ਅੱਜ ਲਿਖ ਨਹੀਂ ਸਕਦੇ, ਪੜ੍ਹ ਨਹੀਂ ਸਕਦੇ, ਮਗਰ ਅੱਜ ਕੱਲ ਨੰਬਰ 2 3 ਤੇ ਸਾਰੇ ਸੰਸਾਰ ਦੇ ਵਿੱਚ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਸਮਝੀ ਜਾ ਸਕਦੀ ਹੈ। ਲੋਕਾਂ ਦੇ ਪੈਰ, ਲੋਕਾਂ ਦੇ ਮੋਢੇ ਥਿਰਕ ਜਾਂਦੇ ਨੇ ਜਦੋਂ ਪੰਜਾਬੀ ਦਾ ਕੋਈ ਗਾਣਾ ਲੱਗਦਾ ਹੈ। ਭਾਵ ਕਿ ਸਾਰੇ ਸੰਸਾਰ ਵਿੱਚ ਅੰਗਰੇਜ਼ ਵੀ ਪੰਜਾਬੀ ਗਾਣਿਆਂ ਤੇ ਨੱਚਦੇ ਨੇ, ਟੱਪਦੇ ਨੇ। ਸੋ ਸਾਡਾ ਸਾਹਿਤ ਜਿਹੜਾ ਸਮਾਜਿਕ ਹੈ ਜਾਂ ਗੁਰਮੁਖ ਦਾ ਸਾਹਿਤ ਹੈ, ਇਤਨਾ ਅਮੀਰ ਹੈ, ਇਹਦੇ ਵਿੱਚ ਇਤਨਾ ਫਲਸਫਾ ਹੈ ਕਿ ਅਸੀਂ ਸਾਰੇ ਸੰਸਾਰ ਨੂੰ ਕੁਝ ਨਾ ਕੁਝ ਦੇ ਸਕਦੇ ਹਾਂ, ਔਰ ਉਹ ਦੇ ਸਕਦੇ ਹਾਂ ਜਿਸ ਦੇ ਨਾਲ ਸਾਰੇ ਸਮਾਜ ਦਾ ਭਲਾ ਹੋ ਸਕਦਾ ਹੈ। ਸੋ ਅਸਾਂ ਸਾਰਿਆਂ ਨੂੰ ਬੁਨਿਆਦੀ ਤੌਰ ਤੇ ਕੰਮ ਕਰਨਾ ਚਾਹੀਦਾ ਕਿ ਅਸੀਂ ਆਪਣੀ ਮਾਂ ਬੋਲੀ ਨਾਲ ਪਿਆਰ ਕਰੀਏ ਤੇ ਮਾਂ ਬੋਲੀ ਦਾ ਸਤਿਕਾਰ ਕਰੀਏ, ਕਿਉਂਕਿ ਜਿਨ ਮਨ ਭਾਓ ਤੇ ਨਾ ਮਨ ਪਾਓ। ਜਿਨ੍ਹਾਂ ਦੇ ਮਨਾਂ ਦੇ ਵਿੱਚ ਡਰ ਹੈ, ਪਿਆਰ ਹੈ, ਉਹ ਜੋ ਸਤਿਕਾਰ ਕਰ ਸਕਦੇ ਨੇ, ਉਹ ਜੋ ਕਿਸੇ ਨਾਲ ਪਿਆਰ ਕਰ ਸਕਦੇ ਨੇ। ਸੋ ਇਹ ਸਾਡੇ ਗੁਰੂ ਦਾ ਸਾਡੇ ਦੇ ਹੁਕਮ ਹੈ ਕਿ ਅਸੀਂ ਆਪਣੇ ਮਾਂ ਬੋਲੀ ਦੇ ਨਾਲ, ਕਿਉਂਕਿ ਸਾਡੀ ਜਿਹੜੀ ਮਾਂ ਬੋਲੀ ਹੈ, ਸਾਡੀ ਨਵਹਾਰ, ਸਾਡੀ ਗੁਫਤਾਰ, ਸਾਡੀ ਰਫਤਾਰ, ਸਾਡੀ ਦਸਤਾਰ, ਇਹ ਸਮੇਂ ਤੋਂ ਹਟ ਕੇ, ਸਮੇਂ ਦੇ ਹਾਣ ਤੋਂ ਹਟ ਕੇ ਇਹਦੀ ਆਪਣੀ ਨਵੇਕਲੀ ਪਛਾਣ ਹੈ। ਸੋ ਉਸ ਪਛਾਣ ਨੂੰ ਬਚਾ ਕੇ ਰੱਖਣ ਦੇ ਲਈ ਸਾਡਾ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਮਾਂ ਬੋਲੀ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ। ਇਹ ਸਮੇਂ ਦੀ ਲੋੜ ਹੈ, ਵਕਤ ਦੀ ਲੋੜ ਹੈ। ਜੇ ਅਸੀਂ ਆਪਣੀ ਮਾਂ ਬੋਲੀ ਨਾਲ ਜੁੜਾਂਗੇ ਨਹੀਂ, ਕਿਉਂਕਿ ਅਸੀਂ ਜਦੋਂ ਰਸ਼ੀਅਨ ਸਾਹਿਤ ਨੂੰ ਪੜ੍ਹਦੇ ਹਾਂ, ਉੱਥੇ ਕਹਿੰਦੇ ਨੇ ਜੇ ਕਿਸੇ ਨੂੰ ਗਾਲ ਦੇਣੀ ਹੋਏ ਤਾਂ ਉਹਨੂੰ ਕਹੋ ਜਾ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾ। ਸੋ ਮਾਂ ਬੋਲੀ ਭੁੱਲਣਾ ਆਪਣੇ ਆਪ ਵਿੱਚ ਇੱਕ ਵੱਡਾ ਸਰਾਪ ਹੈ। ਜੇ ਅਸੀਂ ਮਾਂ ਬੋਲੀ ਦੀਆਂ ਕਦਰਾਂ ਕੀਮਤਾਂ ਨੂੰ ਨਹੀਂ ਜਾਣਦੇ, ਨਹੀਂ ਪਛਾਣਦੇ, ਤਾਂ ਅਸੀਂ ਆਪਣੇ ਗੁਰੂ ਦੇ, ਆਪਣੇ ਧਰਮ ਦੇ, ਆਪਣੇ ਸੱਭਿਆਚਾਰ ਦੇ, ਆਪਣੇ ਉਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਸਾਡੀ ਤਹਿਜ਼ੀਬ ਨੂੰ, ਸਾਡੇ ਸਮਾਜਿਕ ਤੇ ਧਾਰਮਿਕ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੈ। ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਦਿਸ ਵਾਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਕਲਚਰ ਤੇ, ਸਾਡੇ ਸੱਭਿਆਚਾਰ ਤੇ, ਸਾਡੀ ਸੰਸਕ੍ਰਿਤੀ ਤੇ ਕਿਸੇ ਨਾ ਕਿਸੇ ਰੂਪ ਵਿੱਚ ਕਰ ਰਿਹਾ ਹੈ। ਅਸੀਂ ਉਸ ਵੱਲ ਨਹੀਂ ਜਾਣਾ, ਅਸੀਂ ਸਿਰਫ ਜਾਣਾ ਹੈ, ਕਦੇ ਸਾੜਿਆਂ ਸਿਰਾਂ ਦਾ ਮੁੱਲ 40 ਰੁਪਏ ਪਿਆ ਸੀ, ਸਾਡਾ ਬੀਜ ਨਾਸ ਨਹੀਂ ਹੋਇਆ। ਉਸ ਵਕਤ ਵੀ ਗਰਜਾ ਸਿੰਘ, ਬੋਤਾ ਸਿੰਘ, ਸੁਖਾ ਸਿੰਘ, ਮਹਿਤਾਬ ਸਿੰਘ, ਸਾਡਾ ਇਤਿਹਾਸ ਭਰਿਆ ਹੋਇਆ ਹੈ ਸੇਵਾਵਾਂ ਦੇ ਨਾਲ। ਬਿਲਕੁਲ। ਸੋ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਹਿਲੇ ਕਿਤਾਬ ਬਣਾਇਆ ਗੁਰੂ ਗ੍ਰੰਥ ਸਾਹਿਬ ਦੇ ਕੇ, ਤੇ ਹਰਮੰਦਰ ਸਾਹਿਬ ਦੀ ਰਚਨਾ ਕਰਕੇ ਉਹਨਾਂ ਨੇ ਸਾਨੂੰ ਅਹਿਲੇ ਜ਼ਬਾਨ ਬਣਾਇਆ, ਅਹਿਲੇ ਮਕਾਮ ਬਣਾਇਆ। ਇੱਕ ਐਸਾ ਮਕਾਮ ਦਿੱਤਾ ਜਿਸ ਦੀ ਦੂਸਰੀ ਮਿਸਾਲ ਸਾਰੇ ਸੰਸਾਰ ਵਿੱਚ ਨਹੀਂ ਮਿਲਦੀ। ਇੱਕ ਐਸਾ ਧਾਰਮਿਕ ਗ੍ਰੰਥ ਦਿੱਤਾ ਜਿਸ ਨੂੰ ਇੰਟਰਨੈਸ਼ਨਲ ਗ੍ਰੰਥ ਕਿਹਾ ਜਾਂਦਾ ਹੈ, ਜਿਹੜਾ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਸੋ ਸਾਨੂੰ ਮਾਣ ਹੋਣਾ ਚਾਹੀਦਾ, ਸਾਡੇ ਕੋਲ ਉਹ ਵਿਰਸਾ ਹੈ, ਸਾਡੇ ਕੋਲ ਉਹ ਸੱਭਿਆਚਾਰ ਹੈ ਜਿਸ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਹੀ ਨਹੀਂ, ਆਉਣ ਵਾਲੀਆਂ ਨਸਲਾਂ ਹੀ ਨਹੀਂ, ਸਾਰਾ ਮਨੁੱਖੀ ਸਮਾਜ ਜਿਹੜਾ ਹੈ ਉਹ ਮਾਣ ਕਰੇਗਾ। ਕਿਉਂਕਿ ਸਾਡਾ ਸੱਭਿਆਚਾਰ, ਸਾਡਾ ਗ੍ਰੰਥ, ਸਾਡਾ ਪੰਥ, ਸਾਡਾ ਜਿਹੜਾ ਕੇਂਦਰ ਹੈ, ਧੁਰਾ ਹੈ, ਉਹ ਬਿਲਕੁਲ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ। ਜੇ ਅਸੀਂ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰਦੇ ਹਾਂ, ਫਿਰ ਆਪਣੀ ਮਾਂ ਬੋਲੀ ਦੀ ਸੇਵਾ ਕਰਦਿਆਂ ਅਸੀਂ ਹੱਤਕ ਕਿਉਂ ਮਹਿਸੂਸ ਕਰ ਰਹੇ ਹਾਂ? ਆਓ ਅਸੀਂ ਹੱਤਕ ਮਹਿਸੂਸ ਕਰੀਏ ਆਪਣੀਆਂ ਲੋਕ ਖਾਣਾ ਨਾਲ, ਆਪਣੀ ਮਾਂ ਬੋਲੀ ਦੇ ਹਰ ਲਫ਼ਜ਼ ਦੇ ਨਾਲ ਉਤਨਾ ਪਿਆਰ ਕਰੀਏ ਜਿਤਨਾ ਪਿਆਰ ਮਛਲੀ ਨੂੰ ਪਾਣੀ ਦੇ ਨਾਲ ਹੁੰਦਾ ਹੈ। ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਐਵੇਂ ਕਿਉਂਕਿ ਹੁਣ ਜਿਹੜੀ ਪੰਜਾਬੀ ਜ਼ਬਾਨ ਹੈ, ਇਹ ਜ਼ਬਾਨ ਤੇ ਬਿਲਕੁਲ ਪੰਜਾਬੀਆਂ ਦੀ ਜ਼ਬਾਨ ਹੈ, ਪਰ ਸਾਡਾ ਗੁਰੂ ਗ੍ਰੰਥ ਸਾਹਿਬ ਇਸ ਜ਼ਬਾਨ ਵਿੱਚ ਹੋਣ ਕਾਰਨ ਇਸ ਜ਼ਬਾਨ ਨੂੰ ਸਿੱਖਾਂ ਦੀ ਜ਼ਬਾਨ ਕਿਹਾ ਜਾਂਦਾ ਹੈ। ਤੇ ਬਿਲਕੁਲ ਪਾਕਿਸਤਾਨ ਦੇ ਮੁਸਲਮਾਨਾਂ ਦੀ ਜ਼ਬਾਨ ਵੀ ਹੈ, ਹਿੰਦੁਸਤਾਨ ਵਿੱਚ, ਪੰਜਾਬ ਵਿੱਚ ਵਸਦੇ ਹਿੰਦੂਆਂ ਦੀ ਜ਼ਬਾਨ ਵੀ ਹੈ। ਦਿੱਲੀ ਤੱਕ ਦੇ ਲੋਕ ਜਿਹੜੇ ਨੇ ਪੰਜਾਬੀ ਬੋਲ ਰਹੇ ਨੇ, ਪਰ ਜਦੋਂ ਸਾਡੀ ਬਦਕਿਸਮਤੀ, ਜਦੋਂ ਸੈਂਸਸ ਹੁੰਦਾ ਤਾਂ ਉਦੋਂ ਕਹਿੰਦੇ ਨੇ ਨਹੀਂ ਜੀ ਅਸੀਂ ਨਹੀਂ ਬੋਲ ਰਹੇ ਹਾਂ, ਅਸੀਂ ਕੁਝ ਹੋਰ ਬੋਲ ਰਹੇ ਹਾਂ, ਉਹ ਪੰਜਾਬੀ ਲਿਖਦੇ ਨਹੀਂ। ਪਰ ਆਮ ਗੱਲਬਾਤ ਜਿਹੜੀ ਦਿੱਲੀ ਦੇ ਲੋਕ ਨੇ ਉਹ ਪੰਜਾਬੀ ਵਿੱਚ ਹੀ ਕਰਦੇ ਨੇ, ਜਾਂ ਹਰਿਆਣੇ ਦੇ ਲੋਕ ਨੇ ਉਹ ਵੀ ਪੰਜਾਬੀ ਦੇ ਰੂਪ ਹੈ, ਜਾਂ ਡੋਗਰੀ ਜਿਹੜੀ ਭਾਸ਼ਾ ਹੈ ਉਹ ਵੀ ਪੰਜਾਬੀ ਦੇ ਉਪਭਾਖਾਵਾਂ ਨੇ, ਸਬ ਡਾਇਲੈਕਟਸ ਜਿਹਨੂੰ ਅਸੀਂ ਕਹਾਂਗੇ, ਬ੍ਰਾਂਚਸ ਨੇ। ਜਿਸ ਬੋਲੀ ਦੀ ਆਪਣੀ ਲਿਪੀ ਨਹੀਂ, ਜਿਸ ਬੋਲੀ ਦੇ ਆਪਣੇ ਬੇਸਿਕ ਐਲਫਾਬੈਟ ਨਹੀਂ, ਉਹਨੂੰ ਅੱਜ ਦੇ ਲੇਖਕ ਅਜੋਕੇ ਸਮੇਂ ਵਿੱਚ ਬੋਲੀ ਨਹੀਂ ਮੰਨਦੇ। ਜਿਵੇਂ ਕੁਝ ਬੋਲੀਆਂ ਹਿੰਦੀ ਦੇ ਸਹਾਰੇ ਨਾਲ ਲਿਖੀਆਂ ਜਾਣੀਆਂ ਨੇ, ਕੁਝ ਬੋਲੀਆਂ ਉਰਦੂ ਦੇ ਸਹਾਰੇ ਨਾਲ ਲਿਖੀਆਂ ਜਾਣੀਆਂ ਨੇ, ਪਰ ਉਹ ਦਾਅਵਾ ਕਰਦੇ ਨੇ ਕਿ ਸਾਡੀ ਬੋਲੀ ਅਲੱਗ ਹੈ। ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਅਲਬੱਤਾ ਉਹਨਾਂ ਬੋਲੀਆਂ ਦੇ ਬੋਲਣ ਵਾਲਿਆਂ ਨੂੰ ਸਰਕਾਰ ਦੀ ਬਾਲਾਦਸਤੀ ਹਾਸਲ ਹੈ।
ਇਸ ਵਾਸਤੇ ਉਹਨਾਂ ਬੋਲੀਆਂ ਨੂੰ ਉਹਨਾਂ ਦੀ ਲਿਪੀ ਨਾ ਹੋਣ ਕਾਰਨ ਵੀ ਬਹੁਤ ਹੀ ਅਹਿਮੀਅਤ ਦਿੱਤੀ ਜਾ ਰਹੀ ਹੈ, ਜਦਕਿ ਸਾਨੂੰ ਸਾਡਾ ਸਭ ਕੁਝ ਹੋਣ ਦੇ ਕਾਰਨ ਵੀ ਸਾਡੀ ਲਿਪੀ ਹੈ, ਸਾਡਾ ਇਤਿਹਾਸ ਹੈ, ਪੰਜਾਬੀ ਮਾਂ ਬੋਲੀ ਦਾ ਇਤਿਹਾਸ ਹੈ, ਸਭ ਕੁਝ ਹੈ। ਸਾਰਾ ਜਿੰਨਾ ਵੀ ਕਿਸੇ ਭਾਸ਼ਾ ਵਿੱਚ ਜਿੰਨਾ ਵੀ ਕੁਝ ਮਟੀਰੀਅਲ, ਜਿੰਨਾ ਵੀ ਕੁਝ ਮਵਾਦ ਹੋਣਾ ਚਾਹੀਦਾ, ਉਹ ਪੰਜਾਬੀ ਮਾਂ ਬੋਲੀ ਵਿੱਚ ਭਰਿਆ ਹੈ। ਪੰਜਾਬੀ ਮਾਂ ਬੋਲੀ ਉਸ ਨਾਲ ਪੂਰੀ ਲਿਬਰੇਜ਼ ਹੈ, ਪਰ ਪੰਜਾਬੀ ਮਾਂ ਬੋਲੀ ਨੂੰ ਸਿਆਸੀ ਬਾਲਾਦਸਤੀ ਹਾਸਲ ਨਹੀਂ ਹੈ। ਪੰਜਾਬ ਵਿੱਚ ਜਿਹੜੀ ਸਾਡੀ ਸਿਆਸੀ ਬਾਲਾਦਸਤੀ ਰਹੀ ਹੈ, ਉਹ ਵੀ ਇਸ ਨੂੰ ਉਸ ਢੰਗ ਨਾਲ ਲਾਗੂ ਨਹੀਂ ਕਰਾ ਰਹੀ ਜਿਸ ਢੰਗ ਨਾਲ ਕਰਾਇਆ ਜਾਣਾ ਚਾਹੀਦਾ ਹੈ, ਕਿਉਂਕਿ ਸਮਾਂ ਜਿਹੜਾ ਹੈ ਉਹ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ। ਆਉਣ ਵਾਲਾ ਸਮਾਂ ਉਹਨਾਂ ਨੂੰ ਜ਼ਰੂਰ ਕਸੂਰਵਾਰ ਠਹਿਰਾਏਗਾ, ਜਿਹੜੇ ਕੁਰਸੀ ਤੇ ਹੋਣ ਦੇ ਬਾਵਜੂਦ ਵੀ ਪੰਜਾਬੀ ਮਾਂ ਬੋਲੀ ਨਾਲ ਅਣਦੇਖੀ ਕਰ ਰਹੇ ਨੇ, ਇਹਦੇ ਨਾਲ ਸੁਤੇਲਾ ਵਿਵਹਾਰ ਕਰ ਰਹੇ ਨੇ। ਚਲੋ ਹੁਣ ਸਿਆਸਤਦਾਨਾਂ ਦਾ ਆਪਣਾ ਧਰਮ ਹੁੰਦਾ ਹੈ, ਧਨਾੜਾਂ ਦਾ ਆਪਣਾ ਧਰਮ ਹੁੰਦਾ ਹੈ, ਤੇ ਸਰਕਾਰਾਂ ਦਾ ਆਪਣਾ ਧਰਮ ਹੁੰਦਾ ਹੈ, ਪਰ ਸਾਡਾ ਜਿਹੜਾ ਆਪਣਾ ਫਰਜ਼ ਹੈ, ਉਸ ਫਰਜ਼ ਨੂੰ ਪਹਿਚਾਨਣ ਦੀ ਲੋੜ ਹੈ। ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਅਸੀਂ ਕਿਸੇ ਹੋਰ ਨੂੰ ਇਲਜ਼ਾਮ ਗੋ ਨਾ ਬਣਾਈਏ, ਅਸੀਂ ਕਿਸੇ ਹੋਰ ਤੇ ਇਲਜ਼ਾਮ ਨਾ ਸੁੱਟੀਏ। ਅਸੀਂ ਆਪਣੇ ਆਪ ਵਿੱਚ ਦੇਖੀਏ ਕਿ ਅਸੀਂ ਆਪ ਕਿੱਥੇ ਖੜੇ ਹਾਂ, ਅਸੀਂ ਕੀ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਮਾਂ ਬੋਲੀ ਦੀ ਸੇਵਾ ਲਈ। ਜੇ ਮੈਂ ਆਪਣੇ ਮਹੱਲੇ ਵਿੱਚ ਸੇਵਾ ਕਰ ਸਕਦਾ ਹਾਂ ਵਿਦਿਆਲੇ ਵਿੱਚ ਜਾ ਕੇ, ਤੇ ਮੈਨੂੰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਵਿਦਿਆਲੇ ਵਿੱਚ ਜਾ ਕੇ ਕਿਸੇ ਨਾ ਕਿਸੇ ਰੂਪ ਵਿੱਚ, ਕਿਉਂਕਿ ਸਿੱਖ ਮਿਸ਼ਨਰੀ ਅਕਾਲੀ ਤਤਪਰ ਹੈ, ਉਹ ਹਰ ਮਹੱਲੇ ਹਰ ਪਿੰਡ ਵਿੱਚ ਵਿਦਿਆਲੇ ਲਗਾ ਰਹੀ ਹੈ, ਉਹਨਾਂ ਦੇ ਕੇਵਲ ਸਹਿਯੋਗ ਦੇਣ ਦੀ ਲੋੜ ਹੈ, ਆਪਣਾ ਸਮੇਂ ਦਾ ਦਸਵੰਧ ਕੱਢਣ ਦੀ ਲੋੜ ਹੈ। ਇਹ ਸੇਵਾ ਅਸੀਂ ਕਰ ਸਕਦੇ ਹਾਂ ਘਰ ਘਰ ਜਾ ਕੇ। ਜੇ ਕਿਸੇ ਘਰ ਦਾ ਬੱਚਾ ਸਾਡੇ ਵਿਦਿਆਲੇ ਵਿੱਚ ਨਹੀਂ ਆਉਂਦਾ, ਉਹਦੇ ਮਾਂ ਪਿਓ ਦੇ ਨਾਲ ਸੰਪਰਕ, ਉਹਦੇ ਮਾਂ ਪਿਓ ਦੇ ਨਾਲ ਜਾ ਕੇ ਅਸੀਂ ਬਿਲਕੁਲ ਗੱਲਬਾਤ ਕਰ ਸਕਦੇ ਹਾਂ। ਉਹਨੂੰ ਕਹਿ ਸਕਦੇ ਹਾਂ, ਜਮ ਤੁਸੀਂ ਆਪਣੇ ਬੱਚੇ ਨੂੰ ਜੋ ਵੀ ਮਰਜ਼ੀ ਉਹ ਪੜਾਓ, ਤੁਹਾਡਾ ਬੱਚਾ ਗੁਰੂ ਮਹਾਰਾਜ ਕਰੇ ਦੁਨੀਆ ਦਾ ਸਭ ਤੋਂ ਵੱਡਾ ਅਫਸਰ ਬਣੇ, ਪਰ ਇਹਨੂੰ ਮਾਂ ਬੋਲੀ ਜੇ ਆਂਦੀ ਹੋਵੇ ਇਹ ਬਹੁਤ ਵੱਡਾ ਅਫਸਰ ਬਣੇਗਾ। ਇਹਦੀ ਦਿੱਖ ਦੇ ਵਿੱਚ, ਇਹਦੇ ਸ਼ਿੰਗਾਰ ਦੇ ਵਿੱਚ, ਇਹਦੇ ਰੂਪ ਦੇ ਵਿੱਚ ਇਹ ਇਜ਼ਾਫਾ ਕਰੇਗਾ। ਇਹ ਮਾਂ ਬੋਲੀ ਦੀ ਜਿਹੜੀ ਜਾਣ ਪਛਾਣ ਹੈ, ਇਹ ਸਾਨੂੰ ਦਾਗਦਾਰ ਨਹੀਂ ਬਣਾਉਂਦੀ, ਬਲਕਿ ਸਾਡੇ ਜਿਹੜਾ ਬਹਿਰੂਨੀ ਜਾਂ ਜਿਹੜੀ ਗੱਲਬਾਤ ਹੈ, ਇਹਦੇ ਸ਼ਿੰਗਾਰ ਦੇ ਵਿੱਚ ਚਾਰ ਚੰਨ ਲਗਾਉਂਦੀ ਹੈ। ਇਹ ਮੇਰਾ ਨੁਕਤੇ ਨਿਗਾਹ ਹੈ। ਕਸ਼ਮੀਰ ਵਾਦੀ ਵਿੱਚ ਜਿੰਨੀ ਵੀ ਮਾਂ ਬੋਲੀ ਪੰਜਾਬੀ ਦੀਆਂ ਕਹਾਣੀ ਰੂਪ ਵਿੱਚ ਜਾਂ ਲੇਖਕ ਦੇ ਰੂਪ ਵਿੱਚ ਜਾਂ ਕਾਵ ਰੂਪ ਵਿੱਚ ਜੋ ਕੁਝ ਵੀ ਰਚਿਆ ਜਾ ਰਿਹਾ, ਉਸ ਤੋਂ ਮੈਂ ਜੀ ਆਇਆਂ ਕਹਿੰਦਾ, ਤੇ ਨਾਲ ਹੀ ਸਰੋਤਿਆਂ ਨੂੰ, ਪੰਜਾਬੀ ਮਾਂ ਬੋਲੀ ਦੇ ਚਾਹਣ ਵਾਲਿਆਂ ਨੂੰ ਇਹ ਅਰਜ਼ ਕਰਦਾ ਹਾਂ, ਅੱਜ ਤੁਹਾਡੇ ਇਸ ਇੱਕ ਬਾਣੀ ਦੇ ਚੈਨਲ ਰਾਹੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਨੇ ਮੈਨੂੰ ਅੱਜ ਮੌਕਾ ਦਿੱਤਾ ਹੈ ਕਿ ਮੈਂ ਇਸ ਚੈਨਲ ਤੇ ਆਪਣੀ ਗੱਲਬਾਤ ਰੱਖ ਸਕਾਂ, ਕਿਉਂਕਿ ਮੈਂ ਤਕਰੀਬਨ 1982 ਤੋਂ ਇਸ ਪੰਜਾਬੀ ਸਾਹਿਤ ਸਭਾ ਨਾਲ ਜੁੜਿਆ ਹਾਂ। ਮੇਰੇ 2-3 ਕਹਾਣੀ ਸੰਗ੍ਰਹਿ ਜਿਹੜੇ ਨੇ ਉਹ ਛਪ ਚੁੱਕੇ ਨੇ। ਇੱਕ ਕਾਵ ਸੰਗ੍ਰਹਿ ਛਪਿਆ, ਇੱਕ ਕਾਵ ਸੰਗ੍ਰਹਿ ਛਪਾਈ ਦੇ ਅਧੀਨ ਹੈ। ਕੁਝ ਨਾਟਕ ਰੇਡੀਓ ਟੀਵੀ ਲਈ ਲਿਖੇ ਨੇ, ਜਿਨ੍ਹਾਂ ਨਾਲ ਜਿਹੜੇ ਕਸ਼ਮੀਰੀ ਵਿੱਚ ਵੀ ਖੇਡੇ ਗਏ ਨੇ, ਜਿਨ੍ਹਾਂ ਵਿੱਚ ਮੈਂ ਆਪਣੀ ਸਮਾਜ ਦੀਆਂ ਬੁਰਾਈਆਂ ਨੂੰ, ਸਮਾਜਿਕ ਗੱਲਾਂ ਨੂੰ ਜਿਹੜਾ ਹੈ ਉਹ ਬਿਲਕੁਲ ਉਹਨਾਂ ਦਾ ਚਿੱਤਰਨ ਕਰਨ ਦੀ ਕੋਸ਼ਿਸ਼ ਕੀਤੀ ਆਪਣੀਆਂ ਕਵਿਤਾਵਾਂ ਦੇ ਰਾਹੀਂ। ਤਾਂ ਜਾਂ ਜਿਹੜਾ ਸੱਭਿਆਚਾਰ ਅਸੀਂ ਪਿੰਡਾਂ ਵਿੱਚ ਛੱਡ ਆਏ ਹਾਂ, ਜਿਸ ਤੇ ਸਾਨੂੰ ਨਾਜ਼ ਸੀ, ਜਿਹੜੇ ਅਸੀਂ ਵਿਸਾਖੀ ਵਾਲੇ ਦਿਨ ਕਰਦੇ ਸਾਂ ਜਾਂ ਲੋਹੜੀ ਵਾਲੇ ਦਿਨ ਕਰਦੇ ਸਾਂ, ਜਾਂ ਜਦੋਂ ਸੌਂਤ ਹੁੰਦੀ ਸੀ, ਜਦੋਂ ਅਸੀਂ ਕੀ ਕੁਝ ਆਪਣੇ ਪਿੰਡਾਂ ਵਿੱਚ ਕਰਦੇ ਸਾਂ, ਉਹ ਸਾਡਾ ਸਮਾਜਿਕ ਸੱਭਿਆਚਾਰ ਹੈ। ਧਰਮ ਦੇ ਦੋ ਪੱਖ ਹੁੰਦੇ ਨੇ, ਇੱਕ ਧਾਰਮਿਕ ਪੱਖ, ਇੱਕ ਸਮਾਜਿਕ ਪੱਖ। ਸਮਾਜਿਕ ਪੱਖ ਦੀ ਆਪਣੀ ਅਹਿਮੀਅਤ ਹੁੰਦੀ ਹੈ ਤੇ ਧਾਰਮਿਕ ਪੱਖ ਦੀ ਆਪਣੀ ਅਹਿਮੀਅਤ ਹੁੰਦੀ। ਧਾਰਮਿਕ ਪੱਖ ਉਹ ਪੱਖ ਹੈ ਜਿਹੜਾ ਸਾਡੀ ਰਹਿਤ ਮਰਿਆਦਾ ਸਾਨੂੰ ਦੱਸਦਾ ਹੈ। ਸਮਾਜਿਕ ਪੱਖ ਉਹ ਹੈ ਕਿਉਂਕਿ ਸਮਾਜ ਦੀਆਂ ਰੋਹ ਰੀਤਾਂ ਹਰ ਪ੍ਰਾਂਤ, ਹਰ ਜ਼ਿਲ੍ਹੇ, ਹਰ ਇਕਾਈ ਦੀਆਂ, ਹਰ ਪਿੰਡ ਦੀਆਂ, ਹਰ ਸ਼ਹਿਰ ਦੀਆਂ ਆਪਣੀਆਂ ਆਪਣੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਜਿਹੜਾ ਹੈ ਉਹ ਸ਼ਾਮਲ ਹੁੰਦਾ ਹੈ। ਤੇ ਉਹ ਉਸ ਫਿਰਕੇ, ਉਸ ਧਰਮ, ਉਹਨਾਂ ਲੋਕਾਂ ਦੀ ਜਿਹੜੀ ਹੈ ਉਹ ਸਮਾਜਿਕ ਸੱਭਿਆਚਾਰ ਜਿਹੜਾ ਹੈ ਉਹਨਾਂ ਲੋਕਾਂ ਦੀ ਰਹਿਬਰੀ ਕਰਦਾ ਹੈ। ਤੇ ਮੈਂ ਧੰਨਵਾਦ ਕਰਦਾ ਹਾਂ। ਸਮਾਂ ਕਾਫੀ ਹੋ ਗਿਆ ਹੈ ਆਪ ਜੀ ਦੇ ਇਸ ਇੱਕ ਬਾਣੀ ਚੈਨਲ ਦਾ ਫਿਰ ਸਮਾਂ ਕਦੀ ਮਿਲਿਆ। ਜੀ ਮੈਂ ਇੱਥੇ ਇੱਕ ਜ਼ਰੂਰ ਗੱਲ ਕਹਿਣਾ ਚਾਹਾਂਗੀ ਕਿ ਮੇਰੇ ਨਾ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਸਨ ਕਿ ਮੈਂ ਤੁਹਾਨੂੰ ਇਹ ਸਵਾਲ ਕਰਨੇ ਨੇ, ਪਰ ਤੁਸੀਂ ਬਾਖੂਬੀ ਮੇਰੇ ਸਾਰੇ ਸਵਾਲਾਂ ਦੇ ਜਵਾਬ ਨਾ ਆਪਣੇ ਆਪ ਹੀ ਦੇ ਦਿੱਤੇ ਨੇ। ਬਹੁਤ ਵਧੀਆ ਲੱਗਿਆ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਮਾਂ ਬਹੁਤ ਹੋ ਗਿਆ, ਲੇਕਿਨ ਤੁਹਾਡੀਆਂ ਗੱਲਾਂ ਨੂੰ, ਜੋ ਗੱਲਾਂ ਸ਼ਾਇਦ ਮੈਂ ਅੱਜ ਤੱਕ ਆਪਣੇ ਅਲਫਾਜ਼ਾਂ ਦੇ ਰਾਹੀਂ ਨਹੀਂ ਕਹਿ ਪਾਈ ਨਾ, ਤੁਸੀਂ ਅੱਜ ਇੰਨੇ ਸੋਹਣੇ ਸ਼ਬਦ ਕਹੇ ਨੇ ਜਿਹੜੇ ਕਿ ਸਾਡੇ ਸਮਾਜ ਦੇ ਤੱਕ, ਸਾਡੇ ਸਿੱਖ ਭਾਈਚਾਰੇ ਦੇ ਤੱਕ ਪਹੁੰਚਣੇ ਬਹੁਤ ਜ਼ਰੂਰੀ ਸਨ। ਕਿਉਂਕਿ ਵੀਰ ਜੀ ਦੇਖੋ, ਇੱਥੇ ਇੱਕ ਜ਼ਿਹਨ ਦੇ ਵਿੱਚ ਮੇਰੇ ਹਮੇਸ਼ਾ ਗੱਲ ਆਉਂਦੀ ਹੁੰਦੀ ਹੈ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਲਾਗੂ ਨਹੀਂ ਹੋਈ, ਪੰਜਾਬੀ ਭਾਸ਼ਾ ਲਾਗੂ ਨਹੀਂ ਕੀਤੀ ਗਈ। ਕਿਤੇ ਨਾ ਕਿਤੇ ਅਸੀਂ ਵੀ ਇਸ ਲਈ ਜ਼ਿੰਮੇਵਾਰ ਹਾਂ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਘਰਾਂ ਦੇ ਵਿੱਚ ਪੰਜਾਬੀ ਬੋਲੀ ਨਹੀਂ ਜਾਂਦੀ।
ਜਿੰਨੀ ਦੇਰ ਸਾਨੂੰ ਸਾਡੀ ਮੈਂ ਭਾਸ਼ਾ ਦੇ ਨਾਲ ਪਿਆਰ ਨਹੀਂ ਨਾ ਹੋਵੇਗਾ, ਉਨੀ ਦੇਰ ਅਸੀਂ ਕਿਸੇ ਵੀ ਚੀਜ਼ ਦੀ ਮੰਗ ਜ਼ੋਰ ਨਾਲ ਨਹੀਂ ਕਰ ਪਾਵਾਂਗੇ। ਜਦੋਂ ਸਾਡੀ ਆਉਣ ਵਾਲੀ ਜਨਰੇਸ਼ਨ ਜਾਣੂ ਹੀ ਨਹੀਂ, ਜਦੋਂ ਅਸੀਂ ਉਹਨੂੰ ਜਾਣੂ ਹੀ ਨਹੀਂ ਕਰਦੇ, ਅਸੀਂ ਪੰਜਾਬੀ ਭਾਸ਼ਾ ਨੂੰ ਗਵਾਉਣ ਦੇ ਵਿੱਚ ਖੁਦ ਜ਼ਿੰਮੇਵਾਰ ਹਾਂ। ਅਸੀਂ ਕਿਤੇ ਨਾ ਕਿਤੇ ਉਹਨੂੰ ਮੈਂ ਵਿਸਾਰਨ ਦੇ ਆਪ ਵਿੱਚ। ਜੀਆਂ ਨਾਲ ਇੱਕ ਗੱਲ ਬਿਲਕੁਲ ਘੱਟ ਸਮੇਂ ਵਿੱਚ ਸਾਂਝੀ ਕਰਾਂਗਾ ਕਿ ਜੀ ਨਾਨਕ ਸਿੰਘ ਜੀ ਇੱਕ ਬੜੇ ਨਾਵਲ ਨਿਗਾਰ ਹੋਏ ਨੇ, ਜਿਨ੍ਹਾਂ ਨੇ ਘੱਟ ਤੋਂ ਘੱਟ 100 ਨਾਵਲ ਲਿਖੇ ਨੇ ਪੰਜਾਬੀ ਦੇ, ਜਿਸ ਦੀਆਂ ਨਾਵਲਾਂ ਤੇ ਫਿਲਮਾਂ ਵੀ ਬਣੀਆਂ ਨੇ। ਬੰਜਰ, ਰਾਮ ਤੇਰੀ गंगा मैली, नहीं, जिस देश में गंगा बहती है, आया सावन झूम के, मैली सी चादर, इन्हां नानक ਦੀਆਂ ਨਾਵਲਾਂ ਤੇ ਇਹ ਫਿਲਮਾਂ ਬਣੀਆਂ ਨੇ। ਉਸ ਨਾਨਕ ਸਿੰਘ ਜਿਹੜਾ ਸੀ ਹਿੰਦੂ ਪਰਿਵਾਰ ਤੋਂ ਸੀ, ਉਹਨੂੰ ਅਗਰ ਪੰਜਾਬੀ ਸਿਖਾਈ ਤੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਸਿਖਾਈ, ਤੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਜਦੋਂ ਉਹਨੂੰ ਪੰਜਾਬੀ ਸਿਖਾਈ ਤੇ ਉਸ ਨਾਨਕ ਸਿੰਘ ਜਿਹੜਾ 5ਵੀਂ ਪਾਸ ਬੜੀ ਮੁਸ਼ਕਲ ਦੇ ਨਾਲ ਸੀ, ਤੇ ਉਸ ਦੀਆਂ ਨਾਵਲਾਂ ਤੇ PhD ਦੀ ਡਿਗਰੀਆਂ ਅੱਜ ਹੁੰਦੀਆਂ ਨੇ। ਪ੍ਰੋਫੈਸਰ ਸਾਹਿਬ ਸਿੰਘ, ਜਿਹਦਾ ਨਾਂ ਸਾਹਿਬ ਚੰਦ ਸੀ, ਜਿਹੜੇ ਹਿੰਦੂ ਪਰਿਵਾਰ ਤੋਂ ਸੀ, ਉਸ ਨੂੰ ਵੀ ਜੋੜਨ ਵਾਲਾ ਗੁਰੂ ਘਰ ਦਾ ਭਾਈ ਸੀ। ਸੋ ਗੁਰੂ ਘਰ ਵਿੱਚ ਕਿਹੋ ਜਿਹੇ ਭਾਈ ਸਾਹਿਬ, ਕਿਹੋ ਜਿਹੇ ਸੇਵਾਦਾਰ ਹੋਣੇ ਚਾਹੀਦੇ ਨੇ, ਤੇ ਇਸ ਨੂੰ ਪਛਾਣਨ ਦੀ ਲੋੜ ਹੈ। ਇਸ ਤੇ ਸਾਡੀਆਂ ਕਮੇਟੀਆਂ ਨੂੰ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਘੱਟ ਤੋਂ ਘੱਟ ਗੁਰੂ ਘਰਾਂ ਵਿੱਚ ਉਹਨਾਂ ਦੀ ਸੇਵਾ ਲਾਈਏ, ਜਿਹੜੇ ਗੁਰੂ ਘਰਾਂ ਦੀ ਸੇਵਾ ਦੇ ਨਾਲ ਨਾਲ ਸਮਾਜ ਦੀ ਇਹ ਸੇਵਾ ਵੀ ਕਰ ਸਕਣ, ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਸਕਣ। ਕਿਉਂਕਿ ਵਕਤਨ ਫਵਕਤਨ ਇਹੋ ਜਿਹੇ ਗੁਰੂ ਘਰ ਦੇ ਸੇਵਾਦਾਰ ਜਿਹੜੇ ਚੜ੍ਹਦੀ ਕਲਾ ਵਾਲੇ ਹੁੰਦੇ ਨੇ, ਐਸੀਆਂ ਦੇਣਾ ਦੇ ਜਾਂਦੇ ਨੇ ਜਿਹਨਾਂ ਨੂੰ ਸਮਾਂ ਯਾਦ ਰੱਖਦਾ। ਦੂਸਰਾ ਨਾਨਕ ਸਿੰਘ ਤੇ ਦੂਸਰਾ ਸਾਹਿਬ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਅਸੀਂ ਪੈਦਾ ਨਹੀਂ ਕਰ ਸਕਦੇ। ਸੋ ਮੇਰੇ ਕਹਿਣ ਦਾ ਭਾਵ ਇਹ ਹੈ, ਅਸੀਂ ਸਾਰੇ ਬਿਲਕੁਲ ਆਪਣੇ ਮਨਾਂ ਦੇ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਪਿਆਰ, ਲਗਨ, ਉਤਸ਼ਾਹ ਜਗਾ ਕੇ ਸੇਵਾ ਕਰ ਸਕਦੇ ਹਾਂ। ਉਹ ਦਿਨ ਦੂਰ ਨਹੀਂ ਜਦ ਕਿ ਹਰ ਘਰ ਵਿੱਚ ਪੰਜਾਬੀ ਵਿੱਚ ਪਾਠ ਹੋਵੇ, ਪੰਜਾਬੀ ਵਿੱਚ ਕੀਰਤਨ ਹੋਵੇ, ਪੰਜਾਬੀ ਸਾਹਿਤ ਨੂੰ ਪੜ੍ਹਿਆ ਜਾਏ। ਜਦੋਂ ਸਾਡੀ ਪੰਜਾਬੀ ਦੀ ਰੀਡਰਸ਼ਿਪ ਨਹੀਂ ਹੋਏਗੀ ਤੇ ਲਿਖਣ ਦਾ ਫਾਇਦਾ ਕੀ? ਸਾਡੇ ਪੰਜਾਬੀ ਦੇ ਇਤਨੇ ਅਖਬਾਰ ਨਿਕਲਦੇ ਨੇ, ਉਹਨਾਂ ਦੀ ਰੀਡਰਸ਼ਿਪ ਖਤਮ ਹੋ ਗਈ ਹੈ। ਅੱਜ ਅਖਬਾਰ ਪੰਜਾਬੀ ਦੇ ਜਿਹੜੇ ਨਿਊਜ਼ਪੇਪਰ ਨੇ ਉਹ ਨਿਕਲਣੇ ਆਸਤਾ ਆਸਤਾ ਬੰਦ ਹੁੰਦੇ ਜਾ ਰਹੇ ਨੇ। ਪਹਿਲੇ ਕਸ਼ਮੀਰ ਵਿੱਚ ਘੱਟ ਤੋਂ ਘੱਟ 1000 ਜੀ ਦਾ ਪੇਪਰ ਹਰ ਰੋਜ਼ ਆਉਂਦਾ ਸੀ, ਹੁਣ ਨਹੀਂ ਆਉਂਦੇ। ਟ੍ਰਿਬਿਊਨ ਪੰਜਾਬੀ ਦੇ ਪੇਪਰ ਆਉਂਦੇ ਸਨ, ਹੁਣ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਕਿ ਰੀਡਰਸ਼ਿਪ ਜਿਹੜੀ ਹੈ ਉਹ ਆਸਤਾ ਆਸਤਾ ਖਤਮ ਹੁੰਦੀ ਜਾ ਰਹੀ ਹੈ। ਸੋ ਸਾਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤੇ ਆਪ ਜੀ ਦੇ ਚੈਨਲ ਤੋਂ ਸਾਨੂੰ ਬਹੁਤ ਉਮੀਦਾਂ ਹਨ। ਇਹ ਚੈਨਲ ਇੱਕ ਦੀਵਾ ਹੈ, ਇੱਕ ਸੂਰਜ ਦਾ ਰੂਪ ਧਾਰ ਕੇ ਕੌਮ ਦੀ ਸੇਵਾ ਕਰਦਾ ਰਹੇਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ। ਇਸ ਸਮਾਂ ਮੈਂ ਵੀ ਤੁਹਾਡਾ ਕਾਫੀ ਲੈ ਲਿਆ ਹੋਇਆ, ਹੁਣ ਸਮਾਂ ਕਾਫੀ ਹੋ ਗਿਆ, ਪਰ ਅਖੀਰ ਦੇ ਵਿੱਚ ਨਾ ਇੱਕ ਗੱਲ ਮੈਂ ਤੇ ਹੋਰ ਸਾਂਝੀ ਕਰਨਾ ਚਾਹਾਂਗੀ ਕਿ ਘਾਟੀ ਦੇ ਵਿੱਚ ਭਾਵੇਂ ਮਾਈਨੋਰਿਟੀ ਦੇ ਵਿੱਚ ਸਿੱਖ ਰਹਿੰਦੇ ਨੇ, ਘੱਟ ਗਿਣਤੀ ਦੇ ਵਿੱਚ ਨੇ, ਪਰ ਤੁਹਾਡੇ ਨਾਲ ਗੱਲ ਕਰਕੇ ਨਾ ਮੈਨੂੰ ਇਉਂ ਨਹੀਂ ਲੱਗਿਆ ਕਿ ਮੈਂ ਕਿਸੇ ਕਸ਼ਮੀਰ ਘਾਟੀ ਦੇ ਕਿਸੇ ਪੰਜਾਬੀ ਸਾਹਿਤਕ ਦੇ ਨਾਲ ਗੱਲ ਕਰ ਰਹੀ ਹਾਂ। ਮੈਨੂੰ ਇਉਂ ਲੱਗਦਾ ਕਿ ਤੁਹਾਡੇ ਵਿੱਚ ਤੇ ਪੰਜਾਬ ਬੋਲਦਾ, ਤੁਹਾਡੇ ਵਿੱਚ ਤੇ ਪੰਜਾਬੀ ਆਪਣੇ ਆਪ ਨੂੰ ਆਪ ਮੁਹਾਰੇ ਆਉਂਦੀ ਆ, ਹਨਾ। ਤੇ ਮੈਨੂੰ ਲੱਗਦਾ ਕਿ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੁੰਦਾ ਜਦੋਂ ਮੈਂ ਪੰਜਾਬੀ ਸਾਹਿਤ ਦੇ ਨਾਲ ਜੁੜੇ ਕਿਸੇ ਵੀ ਪਰਸਨੈਲਿਟੀ ਦੇ ਨਾਲ, ਕਿਸੇ ਵੀ ਸ਼ਖਸੀਅਤ ਦੇ ਨਾਲ ਗੱਲ ਕਰਦੀ ਹਾਂ, ਕਿਉਂਕਿ ਮੈਨੂੰ ਆਪ ਪੰਜਾਬੀ ਸਾਹਿਤ ਪੜ੍ਹਨਾ, ਪੰਜਾਬੀ ਦੇ ਨਾਲ ਜੁੜਨਾ ਮੈਨੂੰ ਬਹੁਤ ਵਧੀਆ ਲੱਗਦਾ। ਮੈਨੂੰ ਬੜਾ ਆਪਣੇ ਆਪ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਦੀ ਧਰਤੀ ਤੋਂ ਆ, ਤੇ ਪੰਜਾਬੀ ਜਿਹੜੀ ਮੇਰੇ ਖੂਨ ਦੇ ਵਿੱਚ ਹੈ, ਤੇ ਇਹੀ ਪੰਜਾਬੀ ਹੈ ਜਿਹੜੀ ਇਹਦਾ ਅਸੀਂ ਪਸਾਰਾ ਕਰਨਾ ਚਾਹੁੰਦੇ ਹਾਂ। ਘਰ ਘਰ ਦੇ ਵਿੱਚ ਪੰਜਾਬੀ ਫੈਲਾ ਦਈਏ, ਹਰ ਇੱਕ ਬੱਚਾ ਪੰਜਾਬੀ ਜੁੜੇ ਤੇ ਉਹਨਾਂ ਨੂੰ ਵਧੀਆ ਲੱਗੇ ਕਿ ਅਸੀਂ ਪੰਜਾਬੀ ਬੋਲਦੇ ਹਾਂ। ਵੀਰ ਜੀ, ਹੁਣ ਅਖੀਰ ਦੇ ਵਿੱਚ ਨਾ ਜੋ ਤੁਸੀਂ ਆਪਣੀ ਕਵਿਤਾ ਦੀਆਂ ਚੰਦ ਲਾਈਨਾਂ, ਕਿਸੇ ਵੀ ਕਵਿਤਾ ਦੀਆਂ ਤੁਸੀਂ ਸਾਨੂੰ ਸੁਣਾ ਦਿਓ। ਕਵਿਤਾ ਤੇ ਕਾਫੀ ਵੱਡੀਆਂ ਨੇ, ਤੇ ਮੈਂ ਛੋਟੀ ਜਿਹੀ ਕਵਿਤਾ ਲਿਖੀ ਹੈ ਆਪਣੇ ਪਿੰਡ ਬਾਰੇ, ਇਹ ਤੁਹਾਡੇ ਨਾਲ ਸਾਂਝੀ ਕਰਾਂਗਾ। ਇੱਕ ਛੋਟੀ ਜੀ ਗਜ਼ਲ ਹੈ, ਗਜ਼ਲਨੁਮਾ ਗੀਤ ਹੈ। ਪਹਿਲੇ ਪੜਾਂਗਾ, ਫਿਰ ਇੱਕ ਛੋਟੀ ਜੀ ਕਵਿਤਾ ਪੜਾਂਗਾ। ਜੀ ਜ਼ਰੂਰ ਜੀ ਜ਼ਰੂਰ। ਰਿਸ਼ਤਿਆਂ ਝੰਜੂੜ ਕੇ ਚੂਰ ਕੀਤਾ ਹੈ, ਰਿਸ਼ਤਿਆਂ ਹੀ ਰਿਸ਼ਤਿਆਂ ਨੂੰ ਦੂਰ ਕੀਤਾ ਹੈ। ਰਿਸ਼ਤਿਆਂ ਝੰਜੂੜ ਕੇ ਚੂਰ ਕੀਤਾ ਹੈ, ਰਿਸ਼ਤਿਆਂ ਹੀ ਰਿਸ਼ਤਿਆਂ ਨੂੰ ਦੂਰ ਕੀਤਾ ਹੈ। ਰਿਸ਼ਤਿਆਂ ਦੀ ਪੀੜ ਹੈ ਤੇ ਮੈਂ ਇਕੱਲਾ ਹਾਂ, ਸੋਚਦਾ ਹਮੇ ਕੀ ਕਸੂਰ ਕੀਤਾ ਹੈ। ਪੱਥਰਾਂ ਦਾ ਸ਼ਹਿਰ ਹੈ ਤੇ ਬੇਜਾਨ ਲੋਕ ਨੇ, ਪੱਥਰਾਂ ਦਾ ਸ਼ਹਿਰ ਹੈ ਤੇ ਬੇਜਾਨ ਲੋਕ ਨੇ। ਰਿਸ਼ਤਿਆਂ ਇਹ ਸਭ ਫਤੂਰ ਕੀਤਾ ਹੈ, ਰਿਸ਼ਤਿਆਂ ਹੀ ਰਿਸ਼ਤਿਆਂ ਨੂੰ ਚੂਰ ਕੀਤਾ ਹੈ। ਅਗਲਾ ਸ਼ੇਰ ਹੈ, ਰਿਸ਼ਤਿਆਂ ਨੂੰ ਮਿਲਣ ਦਾ
ਚਾਹ ਕਿੱਥੇ ਹੁਣ, ਰਿਸ਼ਤਿਆਂ ਨੂੰ ਰਿਸ਼ਤਿਆਂ ਨਾਸੂਰ ਕੀਤਾ ਹੈ, ਰਿਸ਼ਤਿਆਂ ਨੂੰ ਰਿਸ਼ਤਿਆਂ ਨਾਸੂਰ ਕੀਤਾ ਹੈ। ਮੂੰਹ ਲੁਕਾ ਕੇ ਲੰਘਣਾ ਅੱਜ ਚਾਲ ਸਮੇਂ ਦੀ, ਚਾਲਾਂ ਹੀ ਸਭ ਨੂੰ ਮਗਰੂਰ ਕੀਤਾ ਹੈ, ਰਿਸ਼ਤਿਆਂ ਹੀ ਰਿਸ਼ਤਿਆਂ ਨੂੰ ਚੂਰ ਕੀਤਾ ਹੈ। ਰਿਸ਼ਤਿਆਂ 'ਚ ਬੇਰੁਖੀ ਅੱਜ ਆਮ ਗੱਲ ਹੈ, ਸਮੇਂ ਕੁਝ ਐਸਾ ਦਸਤੂਰ ਕੀਤਾ ਹੈ, ਸਮੇਂ ਕੁਝ ਐਸਾ ਦਸਤੂਰ ਕੀਤਾ ਹੈ। ਮੈਂ ਇੱਕ ਛੋਟੀ ਜੀ ਨਜ਼ਮ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ। ਨਜ਼ਮ ਹੈ, ਜੀ ਕਰਦਾ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ, ਜੀ ਕਰਦਾ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ, ਭੋਲਾ ਭਾਲਾ ਬਚਪਨ ਲਿਖਾਂ ਜਾਂ ਅਥਰੀ ਜਵਾਨੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਮੱਟਰ ਗਸ਼ਤੀ ਆਪਣੀ ਬਸਤੀ, ਜ਼ਰੇ ਜ਼ਰੇ 'ਚ ਆਪਣੀ ਹਸਤੀ, ਮੱਟਰ ਗਸ਼ਤੀ ਆਪਣੀ ਬਸਤੀ, ਜ਼ਰੇ ਜ਼ਰੇ 'ਚ ਆਪਣੀ ਹਸਤੀ, ਸੂਰਜ ਕਲਾਵੇ ਚੰਨ ਨੂੰ ਜਫੀਆਂ, ਮਸਿਆ ਚੰਨ ਚਨਾਣੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਗੱਪਾਂ ਛੱਪਾਂ ਦੇ ਉਹ ਜਗਰਾਤੇ, ਵਿੱਚ ਉਡੀਕ ਅੱਖ ਲੱਗੀ ਪ੍ਰਭਾਤੇ, ਗੱਪਾਂ ਛੱਪਾਂ ਦੇ ਉਹ ਜਗਰਾਤੇ, ਵਿੱਚ ਉਡੀਕ ਅੱਖ ਲੱਗੀ ਪ੍ਰਭਾਤੇ, ਤਾਰਿਆਂ ਸੰਗ ਕਰ ਕਰ ਬਾਤਾਂ, ਐਸੀ ਰਹਿਣ ਬਿਤਾਣੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਉੱਠ ਸਵਖਤੇ ਕੱਢਣੇ ਬਸਤੇ, ਦੀਏ ਦਾ ਧੂਆਂ ਦੂਰ ਦੇ ਰਸਤੇ, ਉੱਠ ਸਵਖਤੇ ਕੱਢਣੇ ਬਸਤੇ, ਦੀਏ ਦਾ ਧੂਆਂ ਦੂਰ ਦੇ ਰਸਤੇ, ਚੋਇਆ ਮੁੜਕਾ ਮੈਲੀ ਵਰਦੀ, ਮਾਸਟਰ ਦੀ ਅੱਖ ਡਰਾਵਣੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਕਰਦੀ ਉਹ ਲਵੇਰੀ ਗਾਂ, ਵਿਹੜੇ ਵਿੱਚ ਖੋੜੀ ਦੀ ਛਾਂ, ਕਰਦੀ ਉਹ ਲਵੇਰੀ ਗਾਂ, ਵਿਹੜੇ ਵਿੱਚ ਖੋੜੀ ਦੀ ਛਾਂ, ਉਦਾਸ ਉਦਾਸ ਅੱਜ ਮੇਰਾ ਵਿਹੜਾ, ਤੇ ਪਾਊਡਰ ਦੁੱਧ ਵਿੱਚ ਪਾਣੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਅਗਲੇ ਇੱਕ ਦੋ ਸ਼ੇਰ ਨੇ। ਨੇਤਾ ਮੇਰਾ ਲੰਮ ਸਲੰਮਾ, ਗੱਲਾਂ ਕਰਦਾ ਫਿਰੇ ਨਕੰਮਾ, ਨੇਤਾ ਮੇਰਾ ਲੰਮ ਸਲੰਮਾ, ਗੱਲਾਂ ਕਰਦਾ ਫਿਰੇ ਨਕੰਮਾ, ਮੂੰਹ ਛੇੜ ਏਕੇ ਦੀ ਗੱਲ, ਨੇਤੇ ਦੀ ਫੁੱਟ ਪਵਾਣੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਜੂ ਮੇਰੇ ਦੀ ਹਰ ਥਾਂ ਗੱਲ, ਇਹ ਕਸ਼ਮੀਰ ਦੇ ਹਵਾਲਿਆਂ ਨਾਲ ਮੈਂ ਕਿਹਾ ਹੈ, ਜੂ ਮੇਰੇ ਦੀ ਹਰ ਥਾਂ ਗੱਲ, ਅੱਜ ਰਹੀ ਚੋ ਪਾਸੇ ਚੱਲ, ਪਰ ਮੇਰੀ ਹੋਣ ਦੀ ਆਪੇ ਗੱਲ, ਮੈਂ ਲਿਖ ਲਿਖ ਮਿਟ ਜਾਣੀ ਲਿਖਾਂ, ਜੀ ਕਰਦਾ ਹੈ ਕਹਾਣੀ ਲਿਖਾਂ, ਕਹਾਣੀ ਬੱਗੋ ਰਾਣੀ ਲਿਖਾਂ। ਇਹ ਆਪ ਜੀ ਦੇ ਸਾਹਮਣੇ ਨਜ਼ਮ ਰੱਖੀ ਹੈ, ਤੇ ਆਇੰਦਾ ਕਦੇ ਫਿਰ ਸਮਾਂ ਮਿਲਿਆ ਆਪ ਜੀ ਦੇ ਨਾਲ ਹੋਰ ਗੱਲਾਂ ਕਰਾਂਗੇ, ਹੋਰ ਵਿਸ਼ਿਆਂ ਤੇ ਗੱਲਾਂ ਕਰਾਂਗੇ। ਜ਼ਰੂਰ ਵੀਰ ਜੀ, ਬਹੁਤ ਵਧੀਆ ਲੱਗਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 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 ਵੀਰ ਜੀ। ਹੁਣ ਨਾ ਬਹੁਤ ਜ਼ਿਆਦਾ ਪਿਆਰ ਤੁਹਾਨੂੰ ਕਮੈਂਟਸ ਦੇ ਰਾਹੀਂ ਕਸ਼ਮੀਰ ਦੇ ਜਿਹੜੇ ਸਾਡੇ ਬਾਣੀ ਚੈਨਲ ਦਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਮੈਂ ਜਿੰਨੇ ਕੁ ਕਮੈਂਟ ਪੜ੍ਹੇ ਜਾਂਦੇ ਨੇ ਮੈਂ ਪੜ੍ਹ ਕੇ ਦੱਸ ਦਿੰਦੀ ਹਾਂ। ਪਰਮਜੀਤ ਸਿੰਘ ਜੀ ਨਾਈਸ, ਤਜਿੰਦਰ ਕੌਰ ਜੀ ਗੋਡ ਬਲੈਸ ਯੂ ਕਹਿ ਰਹੇ ਨੇ, ਇਕਬਾਲ ਸਿੰਘ ਜੀ ਵੈਰੀ ਗੁੱਡ, ਸਨੀ ਖਾਲਸਾ ਜੀ ਵੈਰੀ ਗੁੱਡ, ਗੁਰਮੀਤ ਸਿੰਘ ਜੀ ਵੈਰੀ ਨਾਈਸ, ਭੁਪਿੰਦਰ ਸਿੰਘ ਜੀ ਬਹੁਤ ਵਧੀਆ, ਪਰਮਜੀਤ ਸਿੰਘ ਜੀ ਵੈਰੀ ਨਾਈਸ, ਸੁਰਜੀਤ ਸਿੰਘ ਜੀ ਵੈਰੀ literate person having good knowledge of Punjabi Sahit, Pushwant Kaur ji Waheguru ji, Pushwant Kaur ji very nice, Simran Kaur ji thanks to team Ikbani for such telecast, very informative, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਮਨਮੀਤ ਸਿੰਘ ਜੀ, ਨਿਸ਼ਕਾਮ ਸੇਵਾ of ਮੰਗਤ ਸਿੰਘ ਜੀ ਜੁਗਨੂ, for promotion of mother tongue will be remembered by our coming generation. Mangat Singh ji is an institute within himself. ਬਿਲਕੁਲ ਤੁਸੀਂ ਆਪਦੇ ਆਪ ਦੇ ਵਿੱਚ ਹੀ ਇੱਕ ਸਕੂਲ ਲੈ ਕੇ ਤੁਰ ਰਹੇ ਹੋ। ਇਹ ਆਪ ਜੀ ਦਾ ਪਿਆਰ ਹੈ, ਇਕਬਾਣੀ ਚੈਨਲ ਦੀ ਟੀਮ ਦਾ ਪਿਆਰ ਹੈ, ਸਭ ਦਾ ਧੰਨਵਾਦ ਕਰਦੇ ਹਾਂ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਵੀ ਕਮੈਂਟ ਸਾਰੇ ਸਭ ਦਾ ਪਿਆਰ ਹੈ। ਬਹੁਤ ਵਧੀਆ ਸੁਨੇਹਾ ਦਲਜੀਤ ਸਿੰਘ ਜੀ, ਮੈਂ ਜ਼ਰੂਰ ਪੜ੍ਹਦੇ ਕਿਉਂਕਿ ਨਾ ਇੰਨੇ ਨਾਲ ਹੁੰਦਾ ਹੈ ਕਿ ਸਾਡੀ ਹਾਜ਼ਰੀ ਲੱਗ ਗਈ ਹੈ। ਜਿਹਦੇ ਤੱਕ ਸੁਨੇਹਾ ਜੇ ਆਪ ਜੀ ਦੇ ਕੋਲ ਸਮਾਂ ਹੋਵੇ ਤਾਂ ਮੈਂ 2 ਮਿੰਟ ਵਿੱਚ ਇੱਕ ਹੋਰ ਕਵਿਤਾ ਦਿਲ ਕਰਦਾ ਹੈ ਕਿ ਇੱਕ ਹੋਰ ਕਵਿਤਾ ਸੁਣਾਵਾਂ ਤੁਹਾਨੂੰ, ਜੇ ਸਮਾਂ ਹੈ। ਜੀ ਜ਼ਰੂਰ ਸੁਣਾਓ ਵੀਰ ਜੀ, ਜ਼ਰੂਰ। ਆਪਾਂ ਤੁਹਾਡੀਆਂ ਭਾਵਨਾਵਾਂ ਦੀ ਵੀ ਕਦਰ ਕਰਦੇ ਹਾਂ ਤੇ ਆਪ ਵੀ ਸਾਨੂੰ ਸੁਣਨ ਚੰਗਾ ਲੱਗਦਾ। ਇਹ ਕਵਿਤਾ ਹੈ ਜੀ ਹੁਣ, ਇਹ ਕੁਦਰਤੀ ਮੇਰੀ ਨਜ਼ਰ ਇਸ ਕਵਿਤਾ ਤੇ ਪੈ ਗਈ। ਹੁਣ ਪਹਿਲੇ ਜੇ ਸਵਾਦ ਕਿੱਥੇ, ਹੁਣ ਪਹਿਲੇ ਜੇ ਸਵਾਦ ਕਿੱਥੇ, ਹੁਣ ਪਹਿਲੇ ਜੇ ਆਦਾਬ ਕਿੱਥੇ, ਹੁਣ ਲੈਣ ਦੇਣ ਦੇ ਰਿਸ਼ਤੇ ਨੇ, ਹੁਣ ਮਹਤਾਤ ਕਿੱਥੇ, ਜਨਾਬ ਕਿੱਥੇ,
हुण पहले जे सवाद किथे, हुण पहले जे आदाब किथे, हुण लैण देण दे रिश्ते ने, हुण मातात किथे, जनाब किथे, हुण चोरां दी डाडी यारी है, हुण मर्दाने ते शादात किथे, हुण चोरां दी डाडी यारी है, हुण मर्दाने ते शादात किथे, हुण हीर ते रांझे विकदे ने, हुण हीर ते रांझे विकदे ने, हुण शीरी ते फरहाद किथे, हुण प्यो, अगला शेर वेखना, हुण प्यो पुत्र इकट्ठे पींदे ने, हुण प्यो किथे औलाद किथे, हुण प्यो पुत्र इकट्ठे पींदे ने, हुण प्यो किथे औलाद किथे, हुण इंसाफ इथे विकाऊ है, हुण इंसाफ इथे विकाऊ है, हुण कौन करे फरियाद किथे, हुण माफस इथे चोर वे सजना, हुण माफज इथे चोर वे सजना, हुण एहसासे ते जायदाद किथे, हुण साहित्य विच भी चोरी है, हुण काफिए ते रिदाब किथे, हुण साहित्य विच भी चोरी है, हुण काफिए ते रिदाब किथे, हुण घर घर नंग मुतंग, हुण घर घर नंग मुनंग नचे, हुण पर्दियां दे रिवाज किथे, हुण रुतबियां नूं सलाम वे सजना, हुण रुतबियां नूं सलाम वे सजना, हुण किरदारां दे लिहाज किथे। अगला शेर वेखना, हुण धर्म स्थल कना नूं खावण, हुण धर्म स्थल कना नूं खावण, हुण खामोशी वाले राज किथे, जेड़ी तप्पे सीने ठार देवे, जेड़ी तप्पे सीने ठार देवे, हुण ओ पूजा ते नमाज किथे, रब्बा फेर ऐसा कुछ कर, आए पहले जिहा स्वाद इत्थे, आए पहले जिहा स्वाद इत्थे। धन्नवाद जी, बहुत बहुत शुक्रिया मैडम जी, आप जी दा, बहुत बहुत आप जी दी धन्यवाद करनी वीर जी, बहुत वधिया लग्या। दिल ते नहीं और करदा, मैं दिल नहीं सारे करदा आप कहनी नूं अलविदा हां कहण दा। जिन्ने भी जी जी वीर जी जी जी, हेलो हाँ जी, मेरी आवाज आ रही है? जी, आ रही आ रही आ रही। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਸੈਸ਼ਨ ਸੀ ਅੱਜ। ਮਤਲਬ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਸੁਣਦੇ ਰਹੀਏ ਤੇ ਇਹ ਗੱਲਾਂ ਜਿਹੜੀਆਂ, ਕਵਿਤਾਵਾਂ ਜਿਹੜੀਆਂ ਮੁੱਕਣ ਵੀ ਨਾ। ਤੇ ਸਾਡੇ ਬਾਣੀ ਚੈਨਲ ਦੇ ਪਰਿਵਾਰ ਨੂੰ ਮੈਂ ਇਹ ਜ਼ਰੂਰ ਦਰਖਾਸਤ ਕਰਾਂਗੀ, ਬੇਨਤੀ ਕਰਾਂਗੀ ਕਿ ਇਸ ਸੈਸ਼ਨ ਨੂੰ ਜਿਹੜਾ ਲਾਈਵ ਗੱਲਬਾਤ ਹੋਈ ਹੈ ਸਾਡੀ ਬਹੁਤ ਹੀ ਨਾਈਸ ਪਰਸਨੈਲਿਟੀ ਕਸ਼ਮੀਰ ਦੀ ਸਰਦਾਰ ਮੰਗਤ ਸਿੰਘ ਜੀ ਜੁਗਨੂ, ਉਹਨਾਂ ਦੀ ਜਿੰਨਾ ਵੀ ਉਹਨਾਂ ਨੇ ਬਹੁਤ ਕੀਮਤੀ ਸਮਾਂ ਕੱਢਿਆ ਆਪਣੇ ਦੇ ਲਈ ਔਰ ਬਹੁਤ ਕੀਮਤੀ ਗੱਲਾਂ ਸਾਡੇ ਨਾਲ ਸਾਂਝੇ ਕੀਤੀਆਂ ਨੇ। ਸ਼ੇਅਰ ਕਰਿਓ, ਦੇਸ਼ਾਂ ਵਿਦੇਸ਼ਾਂ ਦੇ ਤੱਕ ਇਹਨਾਂ ਦੀਆਂ ਗੱਲਾਂ ਪਹੁੰਚਣ, ਇਹਨਾਂ ਦੇ ਉਪਰਾਲੇ ਪਹੁੰਚਣ, ਕਿਉਂਕਿ ਘਾਟੀ ਦੇ ਵਿੱਚ ਪੰਜਾਬੀ ਨੂੰ ਜਿਉਂਦਾ ਰੱਖਣਾ, ਪੰਜਾਬੀ ਦੇ ਲਈ ਸੇਵਾ ਕਰਨਾ, ਇਹ ਤਾਂ ਆਪਣਾ ਫਰਜ਼ ਨਿਭਾ ਰਹੇ ਨੇ। ਪਰ ਹੁਣ ਆਉਣ ਵਾਲੀ ਜਨਰੇਸ਼ਨ ਇਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਕਿਵੇਂ ਤੁਰਦੀ ਹੈ, ਉਹ ਹੁਣ ਸਾਡੇ ਸਾਰਿਆਂ ਤੇ ਡਿਪੈਂਡ ਕਰਦਾ। एक बार फिर तो मैं बाणी चैनल की पूरी टीम दे वालों आप जी का बहुत बहुत धन्यवाद करती हैं वीर जी, बहुत बहुत धन्यवाद, बहुत बहुत धन्यवाद, शुक्रिया जी। जी। वाहिगुरू जी का खालसा, वाहिगुरू जी की फतेह।